ਬੇਨਤੀ ਹੈ ਜੀ ਧੀਆਂ ਭੈਣਾਂ ਅੱਜ ਦਾ ਪ੍ਰੋਗਰਾਮ ਕਿਰਪਾ ਕਰਕੇ ਨਾ ਦੇਖਣ ਕਿਉਂਕਿ ਅੱਜ ਇਹਨਾਂ ਦੀਆਂ ਅਸ਼ਲੀਲਤਾ ਦੀਆਂ ਹੱਦਾਂ ਕਿੱਦਾਂ ਗੁਰੂ ਘਰ ਦੀਆਂ ਦਹਲੀਜ਼ਾਂ ਅੰਦਰ ਪਾਰ ਹੋਈਆਂ, ਕਿੱਦਾਂ ਇੱਕ ਇਤਿਹਾਸਿਕ ਗੁਰੂ ਘਰ ਦੇ ਇਤਿਹਾਸਿਕ ਖੂਹ ਚੋਂ ਕੀ ਕੁਝ ਅਸ਼ਲੀਲਤਾ ਭਰੀਆਂ ਚੀਜ਼ਾਂ ਮਿਲੀਆਂ ਜੋ ਇਹ ਵਰਤ ਕੇ ਸੁੱਟਦੇ ਰਹੇ। ਅੱਜ ਉਹ ਕੌੜਾ ਸੱਚ ਤੁਹਾਨੂੰ ਦਿਖਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੂਨ ਡੁੱਲਣ ਤੇ ਜੋ ਬਣੀ ਸੰਸਥਾ ਜਿਹਨਾਂ ਨੇ ਗੁਰੂ ਘਰਾਂ ਨੂੰ ਸਾਂਭਣਾ ਸੀ, ਸੰਭਾਲਣਾ ਸੀ, ਪਰ ਅੱਜ ਉਹ ਸੰਸਥਾ ਇੱਕ ਅਜਿਹੀ ਥਾਂ ਦੇ ਉੱਤੇ ਆ ਕੇ ਖੜ ਗਈ ਹੈ ਵੀ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਇਹ ਕੀ ਕਰ ਰਹੇ ਨੇ, ਕੀ ਨਹੀਂ ਕਰ ਰਹੇ। ਇਹ ਸਿਰਫ ਤੇ ਸਿਰਫ ਗੋਂਗਲਾਂ ਤੋਂ ਮਿੱਟੀ ਝਾੜਦੇ ਨੇ ਤੇ ਦੂਜਿਆਂ ਨੂੰ ਦਿਖਾਉਂਦੇ ਨੇ ਵੀ ਅਸੀਂ ਸੰਸਥਾ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ, ਬਹੁਤ ਵਧੀਆ ਚੜ੍ਹਦੀ ਕਲਾ ਵਾਲੇ ਕਾਰਜ ਹੋ ਰਹੇ ਨੇ, ਸਿੱਖ ਕੌਮ ਦੀ ਨੁਮਾਇੰਦਾ ਜਮਾਤ ਆ, ਨੁਮਾਇੰਦਾ ਜਥੇਬੰਦੀ ਹੈ ਇਹ। ਪਰ ਇਸ ਜਥੇਬੰਦੀ ਨੇ ਜਿੰਨਾ ਗੰਦ ਪਾਇਆ ਹੋਇਆ ਹੈ, ਇਸ ਜਥੇਬੰਦੀ ਦੇ ਵਿੱਚ ਜਿੰਨਾ ਗੰਦ ਹੈ ਉਹ ਤੁਹਾਡੇ ਸਾਹਮਣੇ ਮੈਂ ਕਾਫੀ ਹੱਦ ਤੱਕ ਰੱਖਤਾ, ਪਰ ਫਿਰ ਮੈਂ ਤੁਹਾਨੂੰ ਕਹਾਂਗਾ ਜਿੰਨਾ ਹੀ ਗੰਦ ਹਲੇ ਤੱਕ ਮੈਂ ਸਾਹਮਣੇ ਰੱਖਿਆ ਆ ਉਹ ਸਿਰਫ 15% ਹੈ, ਬਾਕੀ 85% ਹਲੇ ਰਹਿੰਦਾ ਆ। ਉਹ ਗੰਦ ਹੌਲੀ ਹੌਲੀ ਆਊਗਾ ਕਿਉਂਕਿ ਨਾਲ ਮੈਂ ਵੀ ਬੇਨਤੀ ਕਰਦਾ ਕਿ ਜਿਹੜੇ ਵੀਰਾਂ ਨੇ, ਭੈਣਾਂ ਨੇ, ਭਰਾਵਾਂ ਨੇ ਮੈਨੂੰ ਮੈਸੇजेस ਕੀਤੇ ਨੇ ਜਾਂ ਕਾਲਸ ਕੀਤੀਆਂ ਜਾਂ ਕੁਝ ਡਾਕੂਮੈਂਟਸ ਭੇਜੇ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਤੋਂ ਰਹਿ ਗਈਆਂ, ਤੁਸੀਂ ਇਨਫੋਰਮੇਸ਼ਨਸ ਮੈਨੂੰ ਦਿੱਤੀਆਂ ਸੀਗੀਆਂ, ਬਟ ਰੋਜ਼ ਦੇ ਰੋਜ਼ ਅਪਡੇਟਸ ਇੰਨੀਆਂ ਜ਼ਿਆਦਾ ਆ ਜਾਂਦੀਆਂ ਨੇ ਕਿ ਪੁਰਾਣੀਆਂ ਕਈ ਚੀਜ਼ਾਂ ਜ਼ਹਿਨ 'ਚੋਂ ਨਿਕਲ ਜਾਂਦੀਆਂ ਨੇ। ਇਸ ਕਰਕੇ ਜਿਹੜੇ ਟੌਪਿਕਸ ਤੁਸੀਂ ਮੈਨੂੰ ਭੇਜੇ ਹੋਏ ਨੇ ਤੇ ਉਹਨਾਂ ਉੱਤੇ ਮੈਂ ਨਹੀਂ ਚਰਚਾ ਕੀਤੀ, ਕਿਰਪਾ ਕਰਕੇ ਮੈਨੂੰ ਦੁਆਰਾ ਤੋਂ ਤੁਸੀਂ ਸੰਪਰਕ ਕਰਕੇ ਇੱਕ ਵਾਰ ਰਿਮਾਈਂਡਰ ਦਿਓ, ਨਹੀਂ ਤਾਂ WhatsApp ਦੇ ਉੱਤੇ ਮੈਨੂੰ ਦੁਆਰਾ ਤੋਂ ਮੈਸੇਜ ਕਰਕੇ ਕਿ ਆਹ ਟੌਪਿਕ ਰਹਿ ਗਿਆ ਜੀ ਸਾਡਾ, ਤਾਂ ਕਿ ਉਹ ਮੈਸੇजेस ਉੱਤੇ ਆ ਜਾਣ, ਕਿਉਂਕਿ ਹਜ਼ਾਰਾਂ ਦੇ ਹਿਸਾਬ ਦੇ ਨਾਲ WhatsApp 'ਤੇ ਮੈਸੇजेस ਹੁੰਦੇ ਨੇ ਮੇਰੇ ਕੋਲ। ਸੋ ਉਹ ਮੈਸੇजेस ਕਿਤੇ ਨਾ ਕਿਤੇ ਤੁਹਾਡੇ ਪੁਰਾਣੇ ਥੱਲੇ ਚਲੇ ਜਾਂਦੇ ਨੇ, ਤਾਂ ਕਰਕੇ ਧਿਆਨ ਨਹੀਂ ਰਹਿੰਦਾ। ਤੇ ਦੂਸਰਾ, ਈਵਨਿੰਗ ਟਾਈਮ ਜਦੋਂ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ, ਕਿਰਪਾ ਕਰਕੇ ਉਸ ਵੇਲੇ ਫੋਨ ਕਾਲ ਨਾ ਕਰਿਆ ਕਰੋ ਕਿਉਂਕਿ ਉਸ ਵੇਲੇ ਪ੍ਰੋਗਰਾਮ 'ਤੇ ਬਿਜ਼ੀ ਹੁੰਦੇ ਆ। ਤੇ ਮੈਂ ਗੱਲ ਕਰ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਮਾਨ ਸਰਕਾਰ ਨੂੰ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਵੀ ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ, ਗੁਰਦੁਆਰੇ ਦੇ ਅੰਦਰ ਜਿੱਦਾਂ ਮਾਣ ਮਰਿਆਦਾ ਦੀਆਂ ਧੱਜੀਆਂ ਉੱਡ ਰਹੀਆਂ ਨੇ ਅਸੀਂ ਰੋਕ ਸਕਦੇ ਹਾਂ। ਜੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਜਿਹੜਾ ਹੈਗਾ ਆ, ਅਸੀਂ ਉਹ ਭੰਗ ਕਰਕੇ ਨਵੇਂ ਜੱਜ ਬਿਠਾ ਦਈਏ ਉੱਥੇ, ਕਿਉਂਕਿ ਇਹਨਾਂ ਨੇ ਜੋ ਚੀਜ਼ਾਂ ਕੀਤੀਆਂ ਨੇ, ਜੋ ਕਾਰਨਾਮੇ ਕੀਤੇ ਨੇ, ਉਹਦੀਆਂ ਸਾਰੀਆਂ ਫਾਈਲਾਂ ਉੱਥੇ ਹੀ ਪਹੁੰਚਦੀਆਂ ਨੇ। ਤੇ ਜੇਕਰ ਉੱਥੇ ਹੀ ਬੈਠਣ ਵਾਲੇ ਬੰਦੇ ਕਰਪਸ਼ਨ ਦਾ ਸਾਥ ਦੇ ਰਹੇ ਹੋਣਗੇ, ਫਾਈਲਾਂ ਦੱਬ ਕੇ ਬੈਠਣਗੇ ਉੱਥੇ, ਮੈਂ ਅੱਗੇ ਦੱਸਾਂਗਾ ਜੁਡੀਸ਼ੀਅਲ ਕਮਿਸ਼ਨ ਦਾ ਵੀ ਅੱਜ ਕੁਝ ਹੋਰ ਸੱਚ। ਪਰ ਇਹ ਤਾਂ ਸਾਨੂੰ ਆਪ ਦੇਖਣਾ ਪੈਣਾ ਨਾ ਕਿ ਚੇਅਰਮੈਨ ਕੀ ਡਿਸੀਜਨਸ ਲੈ ਰਿਹਾ ਹੈ, ਕਾਹਤੋਂ ਲੈ ਰਿਹਾ ਹੈ, ਕਿਹਦੇ ਕਹਿਣ 'ਤੇ ਲੈ ਰਿਹਾ ਹੈ, ਕਿਸੇ ਦਬਾਅ 'ਚ ਲੈ ਰਿਹਾ ਹੈ, ਕਿਉਂਕਿ ਉਹ ਅਦਾਲਤ ਆ ਸਾਡੀ ਸਿੱਖਾਂ ਦੀ। ਜੇ ਉਸ ਅਦਾਲਤ ਦੇ ਵਿੱਚੋਂ SGPC ਦਾ ਕੋਈ ਇੰਪਲੋਈ ਉੱਥੇ ਜਾਂਦਾ ਆ ਕੋਈ ਫਰਿਆਦ ਲੈ ਕੇ ਜਾਂ ਕੰਪਲੇਨ ਇਹਨਾਂ ਦੇ ਅਗੇਂਸਟ ਕਰਦਾ ਆ, ਉੱਥੋਂ ਫੈਸਲਾ ਉਹ ਇੰਪਲੋਈ ਦੇ ਹੱਕ 'ਚ ਤਾਂ ਕੀ ਹੋਣਾ ਆ ਵੀ ਉੱਥੇ ਜਾ ਕੇ ਆਪਣਾ ਮਤਲਬ ਆਪਣੀ ਕੰਪਲੇਂਟ ਦੇਣ ਵਾਸਤੇ ਵੀ ਚੜਾਵੇ ਚੜ੍ਹਦੇ ਆ। ਤੇ ਹਾਂ, ਮੈਡਮ ਸੁਧਾ ਜਿਹੜੀ ਬੈਠੀ ਹੈ, ਇਫ ਆਮ ਨਾਟ ਰੋਂਗ, ਤੇ ਪ੍ਰੂਫ ਉਹਦੇ ਬਥੇਰੇ ਪਹੁੰਚ ਗਏ ਆ। ਉਸ ਦਿਨ ਬੇਦੀ ਸਾਹਿਬ ਆ ਕੇ ਉਹਨਾਂ ਨੇ ਵੀ ਬਹੁਤ ਕੁਝ ਦੱਸਤਾ ਉਹਦੇ ਬਾਰੇ, ਉਹਦੇ ਭਰਾ ਬਾਰੇ। ਤੇ ਉਹ ਅਜਿਹੀ ਥਾਂ ਬਣ ਗਈ ਹੈ ਵੀ ਤੁਸੀਂ ਅਗਰ ਚੜਾਵਾ ਚੜਾ ਦਿੰਦੇ ਹੋ ਤਾਂ ਤੁਹਾਡਾ ਕੰਮ ਹੋ ਜਾਏਗਾ, ਨਹੀਂ ਤਾਂ ਪੋਸੀਬਲ ਨਹੀਂ ਹੈ। ਸੋ ਤਾਂ ਕਰਕੇ ਮੈਂ ਵਾਰ-ਵਾਰ ਬੇਨਤੀ ਭਗਵੰਤ ਮਾਨ ਸਰਕਾਰ ਨੂੰ ਕਰਦਾ, ਇੱਕ ਤਾਂ ਆਡਿਟ ਵੱਲ ਇਹਨਾਂ ਦਾ ਧਿਆਨ ਜਾਵੇ ਤੇ ਦੂਸਰਾ ਜੁਡੀਸ਼ੀਅਲ ਕਮਿਸ਼ਨ ਜਿਹੜਾ ਐਕਟ ਹੈਗਾ ਉਹਦੇ ਵੱਲ ਜਾਵੇ। SGPC ਵਾਲਿਆਂ ਨੇ ਅਗਰ ਮੈਨੂੰ ਜਵਾਬ ਦੇਣਾ ਆ ਤਾਂ ਕਿਰਪਾ ਕਰਕੇ ਜਵਾਬ ਉਹ ਦਿੱਤੇ ਜਾਣ ਜਿਹੜੇ SGPC ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਜਾਂ ਜਿਹੜੇ ਮੈਂ ਕੋਈ ਸਵਾਲ ਚੱਕੇ ਨੇ ਵੀ ਜਿੰਨੀਆਂ ਜ਼ਮੀਨਾਂ ਨੇ ਪੱਟੇ ਤੇ ਕਿਹਨਾਂ ਨੂੰ ਦਿੱਤੀਆਂ ਹੋਈਆਂ ਨੇ, ਕਿਉਂ ਦਿੱਤੀਆਂ ਹੋਈਆਂ ਨੇ, ਕਿੰਨਾ ਇਨਕਮ ਸਾਨੂੰ SGPC ਦੀਆਂ ਸਾਰੀਆਂ ਜ਼ਮੀਨਾਂ ਤੋਂ ਆ ਰਹੀ ਹੈ, ਕਿਉਂ ਅਸੀਂ SGPC ਦੀਆਂ ਜ਼ਮੀਨਾਂ ਦੇ ਉੱਤੇ ਆਪਣੇ ਗੁਰੂ ਘਰਾਂ ਵਾਸਤੇ ਖੇਤੀ ਨਹੀਂ ਕਰਦੇ, ਕਣਕ ਝੋਨਾ ਕਿਉਂ ਅਸੀਂ ਆਪਣੇ ਗੁਰੂ ਘਰਾਂ ਦੀਆਂ ਜ਼ਮੀਨਾਂ ਉੱਤੇ ਆਪਣੇ ਵਾਸਤੇ ਨਹੀਂ ਉਗਾਉਂਦੇ, ਕਿਉਂ ਸਬਜ਼ੀਆਂ ਨਹੀਂ ਉਗਾਉਂਦੇ, ਕਿਉਂ ਅਸੀਂ ਕਣਕ ਝੋਨਾ ਖਰੀਦਣ ਵਾਸਤੇ ਮੰਡੀਆਂ 'ਚ ਜਾਂਦੇ ਹਾਂ, ਕਿਉਂ ਦਾਲਾਂ ਖਰੀਦਣ ਵਾਸਤੇ ਮੰਡੀਆਂ 'ਚ ਜਾਂਦੇ, ਕਿਉਂਕਿ ਕਾਫੀ ਦਾਲਾਂ ਹੈਗੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਵਧੀਆ ਪੈਦਾਵਾਰ ਜਿਹਨਾਂ ਦੀ ਹੁੰਦੀ ਹੈ, ਪਰ ਅਸੀਂ ਕਿਉਂ ਦਿੱਲੀ ਜਾ ਕੇ ਧੱਕੇ ਖਾਂਦੇ ਹਾਂ ਸਿਰਫ ਤੇ ਸਿਰਫ ਨੋਟ ਕਮਾਉਣ ਵਾਸਤੇ। ਦੇਸੀ ਘੀ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਸਭ ਤੋਂ ਵਧੀਆ ਮਿਲਦਾ, ਪਰ ਅਸੀਂ UP ਜਾਂ ਪੂਨੇ ਤੱਕ ਕਿਉਂ ਜਾਂਦੇ ਹਾਂ? ਨੋਟ ਕਮਾਉਣ ਵਾਸਤੇ। FDਆਂ ਇੰਨੀਆਂ ਹੋਈਆਂ ਨੇ, FDਆਂ ਦਾ ਬਿਊਰਾ ਕੌਣ ਦਊਗਾ? ਕਿੰਨੇ ਕਰੋੜ ਦੀਆਂ FDਆਂ ਨੇ, ਉਹਦਾ ਵਿਆਜ ਕਿੰਨਾ ਆਉਂਦਾ ਹੈ ਤੇ ਕਿੱਥੇ ਜਾਂਦਾ ਆ? ਕੋਈ ਜਵਾਬ ਨਹੀਂ ਹੈ। ਮੀਰੀ ਪੀਰੀ ਮਾਰਕੰਡੇ ਉਹਨਾਂ ਨੂੰ ਹਾਲੇ ਤੱਕ ਚੈੱਕ ਕਰਕੇ ਇਸ ਚੀਜ਼ ਦੇ ਜਾ ਰਹੇ ਨੇ, ਕੋਈ ਜਵਾਬ ਨਹੀਂ ਹੈ। ਦਰਵਾਜ਼ੇ ਦਰਸ਼ਨੀ ਡਿਓੜੀ ਦੇ ਭੂਰੀ ਵਾਲਿਆਂ ਨੇ ਜਿਹੜੇ ਦਿੱਤੇ ਸੀ ਕਿੱਥੇ ਆ? ਕੋਈ ਜਵਾਬ ਨਹੀਂ ਹੈ। ਬਹੁਤ ਸਾਰੇ ਅਜਿਹੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਮੈਂ ਨਹੀਂ ਪੁੱਛ ਰਿਹਾ, ਇਹ ਸੰਗਤ ਪੁੱਛ ਰਹੀ ਹੈ। ਸੰਗਤ ਦਾ ਹੱਕ ਹੈ ਪੁੱਛਣਾ। ਅਗਰ ਕਿਤੇ ਸੋਨੇ ਦਾ ਛਤਰ ਗੁੰਮ ਹੋ ਜਾਂਦਾ ਹੈ, ਉਹ ਤੁਹਾਡੇ ਤੋਂ ਸਵਾਲ ਪੁੱਛੇ ਜਾਂਦੇ, ਉਹਦਾ ਕੋਈ ਜਵਾਬ ਨਹੀਂ ਹੈ। ਰੇਸ਼ਮ ਸਿੰਘ ਨੇ 7 ਕਿਲੋ ਸੋਨਾ ਵੇਚਿਆ, ਵੇਚ ਕੇ ਖਪਾਤਾ, ਉਹ ਅਜੇ ਤੱਕ ਮੈਨੇਜਰ ਹੈ, ਅਤੇ ਅੱਗੇ ਧਾਮੀ ਸਾਹਿਬ ਕਹਿੰਦੇ ਨੇ ਕੋਈ ਨਹੀਂ ਜੀ 4 ਮਹੀਨੇ ਰਹਿੰਦੇ ਨੇ ਉਹਦੀ ਰਿਟਾਇਰਮੈਂਟ ਨੂੰ, ਪੁਰਾਣਾ ਮਾਮਲਾ ਹੋ ਗਿਆ। 7 ਕਿਲੋ ਸੋਨਾ ਚੋਰੀ ਕਰਕੇ ਕੋਈ ਵੇਚ ਦੇਵੇ ਅਤੇ ਮਾਮਲਾ ਪੁਰਾਣਾ ਹੋ ਗਿਆ? ਤੁਹਾਡੇ ਘਰ 'ਚੋਂ ਕੋਈ ਚੋਰੀ ਕਰਕੇ ਐਵੇਂ ਵੇਚ ਦੇਵੇ ਤਾਂ ਤੁਸੀਂ ਕਹੋਗੇ ਮਾਮਲਾ ਪੁਰਾਣਾ ਹੋ ਗਿਆ, ਕੋਈ ਗੱਲ ਨਹੀਂ, ਛੱਡ ਦਿਓ। ਫਿਰ ਗੁਰੂ ਘਰਾਂ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਚੋਰੀ ਹੁੰਦੀਆਂ ਨੇ, ਰਸਦ ਦੇ ਵਿੱਚ ਘਪਲੇ ਹੁੰਦੇ ਨੇ, ਜੂਠ ਦੇ ਵਿੱਚ ਘਪਲੇ ਹੁੰਦੇ ਨੇ, ਚੰਦੋਇਆਂ ਦੇ ਵਿੱਚ ਘਪਲੇ ਹੁੰਦੇ ਨੇ, ਰੁਮਾਲਿਆਂ ਦੇ ਵਿੱਚ ਘਪਲੇ ਹੁੰਦੇ ਨੇ, ਉਹਦਾ ਸਵਾਲ ਅਗਰ ਸੰਗਤ ਪੁੱਛਦੀ ਹੈ, ਤੁਹਾਡਾ ਫਰਜ਼ ਬਣਦਾ ਜਵਾਬ ਦੇਣਾ। ਫਿਰ ਉੱਥੇ ਮੂੰਹ 'ਚ ਘੁੰਗਣੀਆਂ ਕਾਹਤੋਂ ਪੈ ਜਾਂਦੀਆਂ ਨੇ?
ਇਹੀ ਸਵਾਲ ਨੇ ਸੰਗਤ ਜੀ ਜਿਹੜੇ ਅਸੀਂ ਬਾਰ-ਬਾਰ ਪੁੱਛਦੇ ਹਾਂ, ਪਰ ਇਹਨਾਂ ਨੂੰ ਜਵਾਬ ਉਹਨਾਂ ਦੇ ਨਹੀਂ ਸੁਝਦੇ। ਫਿਰ ਇਹਨਾਂ ਨੂੰ ਇੱਕੋ ਹੀ ਤਰੀਕਾ ਜਾਂ ਇੱਕੋ ਹੀ ਤਰਕੀਬ ਆਉਂਦੀ ਹੈ, ਕੋਈ ਮੀਡੀਆ ਵਾਲਾ ਸਾਹਮਣੇ ਖੜਾ ਕਰ ਦਿਓ ਮੀਡੀਆ ਵਾਲੇ ਨੂੰ ਬਦਨਾਮ ਕਰਨ ਵਾਸਤੇ। ਜੇ ਉਹ ਨਹੀਂ ਲੱਭਿਆ ਤਾਂ ਫਿਰ 295 ਇਹ ਤਾਂ ਹੈ ਹੀ ਹੈ। ਠੀਕ ਹੈ ਜੀ। ਤੇ ਕੇਸ ਚੱਲ ਰਿਹਾ ਹੈ, 2-3 ਪੇਸ਼ੀਆਂ ਪੈ ਚੁੱਕੀਆਂ ਨੇ ਉਸ ਕੇਸ ਦੀਆਂ ਵੀ, ਤੇ ਸੋਮਵਾਰ ਨੂੰ ਹੁਣ ਫਾਈਨਲ ਡਿਸੀਜਨ ਆਉਣਾ। ਦੇਖੋ ਜੱਜ ਸਾਹਿਬਾਨ ਕੀ ਫੈਸਲਾ ਲੈਂਦੇ ਨੇ ਉਸ ਚੀਜ਼ ਦਾ, ਪਰ ਹੋਪ ਫॉर ਦਾ ਬੈਸਟ, ਬਾਕੀ ਆਉਣ ਵਾਲਾ ਵਕਤ ਦੱਸੇਗਾ। ਆਓ ਜੀ ਹੁਣ ਥੋੜ੍ਹੀਆਂ ਜਿਹੀਆਂ SGPC ਦੇ ਵੱਲ ਆ ਜਾਂਦੀ ਹਾਂ। ਤੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਬੀਬੀਆਂ ਭੈਣਾਂ ਅੱਜ ਦਾ ਐਪੀਸੋਡ ਜਿਹੜਾ ਹੈਗਾ, ਜਦੋਂ ਮੈਂ ਅੱਗੇ ਕਹੂੰਗਾ ਤੇ ਕਿਰਪਾ ਕਰਕੇ ਉਸ ਤੋਂ ਬਾਅਦ ਨਾ ਸੁਣਿਓ। ਬੇਸ਼ੱਕ ਉਹਦੇ ਵਿੱਚ ਇੱਕ ਬੀਬੀ ਹੈ ਜੋ ਬਹੁਤ ਚੀਜ਼ਾਂ ਐਕਸਪਲੇਨ ਕਰ ਰਹੀ ਹੈ, ਉਹ ਬੀਬੀ ਵੀ ਮੈਂ ਉਹਨੂੰ ਵੀ ਸਲਾਮ ਕਰਦਾ ਜਿਹਨੇ ਮਤਲਬ ਇੰਨੀ ਬੇਧੜਕ ਹੋ ਕੇ ਚੀਜ਼ਾਂ ਦੱਸੀਆਂ, ਸਿੱਧੀਆਂ ਐਲੀਗੇਸ਼ਨਸ, ਮਤਲਬ ਐਲੀਗੇਸ਼ਨਸ ਕੀ, SGPC ਦੇ ਬੰਦੇ ਹੀ ਕਮਰੇ 'ਚ ਬੰਦ ਕਰ ਲਏ ਸੀ ਉਹਨਾਂ ਨੇ ਕਰਤੂਤਾਂ ਕਾਲੀਆਂ ਕਰਦੇ ਹੋਏ। ਤੇ ਉਸ ਤੋਂ ਬਾਅਦ ਧਰਨਾ ਪੂਰੇ ਪਿੰਡ ਨੇ ਲਾਤਾ ਸੀ ਗੁਰੂ ਘਰ ਦੇ ਬਾਹਰ। ਉਸ ਦੇ ਉੱਤੇ ਆਵਾਂਗੇ ਬਾਅਦ 'ਚ। ਪਹਿਲਾਂ ਗੱਲ ਕਰਦੇ ਹਾਂ ਤੇ ਜਗਰਾਓਂ ਦੇ ਨਾਲ ਇੱਕ ਅਖਾੜਾ ਆ, 2021 ਦੀ ਇਹ ਘਟਨਾ ਆ। ਇੱਕ ਢੋਂਗੀ ਉਹਨੇ ਇਹ ਕਰਤੂਤ ਕੀਤੀ ਸੀ ਕਿ ਢੋਂਗੀ ਸਾਧ ਨੇ ਸੁਰਖੀ ਲਾ ਕੇ ਤੇ ਉੱਤੋਂ ਮਤਲਬ ਸਾਡੀਆਂ ਨਿਹੰਗ ਸਿੰਘ ਫੌਜਾਂ, ਲਾਡਲੀਆਂ ਫੌਜਾਂ ਵਾਲਾ ਉੱਦਾਂ ਦਾ ਚੋਲਾ ਪਾ ਕੇ, ਦਮਾਲਾ ਉੱਦਾਂ ਦਾ ਸਜਾ ਕੇ, ਤੇ ਇਸਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿਰ ਤੇ ਚੱਕ ਕੇ ਇੱਕ ਮੜੀ ਮਸਾਣੀ ਸੀਗੀ ਉਹਦੇ ਚਾਰੋਂ ਪਾਸੇ ਪਰਿਕਰਮਾ ਲਿੱਤੀ, ਧੂਫ ਅਗਰਬੱਤੀਆਂ ਧਕਾ ਕੇ ਤੇ ਸ਼ਸਤਰ ਵਗੈਰਾ ਫੜ ਕੇ ਤੇ ਮੜੀ ਦੀ ਮਸਾਣੀ ਦੀ ਉਹ ਪਰਿਕਰਮਾ ਕਰ ਰਿਹਾ ਸੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ। ਇਸ ਦਾ ਸੰਗਤ ਨੇ ਵੱਡੇ ਪੱਧਰ ਦੇ ਉੱਤੇ ਰੋਸ ਕੀਤਾ ਵੀ ਇਹ ਜਿਹੜੀ ਆ ਮਰਿਆਦਾ ਦੇ ਖਿਲਾਫ ਆ ਇਹ ਚੀਜ਼। ਮੜੀਆਂ ਮਸਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਗੱਲ ਤਾਂ ਪ੍ਰਕਾਸ਼ ਹੋ ਹੀ ਨਹੀਂ ਸਕਦਾ, ਮਰਿਆਦਾ ਦੇ ਵਿੱਚ ਹੈ। ਪਰ ਉਸ ਤੋਂ ਬਾਅਦ ਕਿਸੇ ਨੇ ਕੋਈ ਐਕਸ਼ਨ ਲਿੱਤਾ, ਮਾਲਮ ਨੇ, ਉਹਨਾਂ ਨੇ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਿਆ ਤੇ ਉਹਨਾਂ ਨੇ ਇਸ ਢੋਂਗੀ ਸਾਧ ਦੇ ਖਿਲਾਫ FIR ਦਰਜ ਕਰਵਾਈ। FIR ਜਦੋਂ ਦਰਜ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਮਾਮਲਾ ਪਹੁੰਚਦਾ ਹੈ SGPC ਦੇ ਕੋਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹਨਾਂ ਦੇ ਜਿਹੜੇ ਸਕੱਤਰ ਨੇ ਗੁਰਚਰਨ ਸਿੰਘ ਗਰੇਵਾਲ, ਉਹ ਸਾਧ ਦੇ ਹੱਕ 'ਚ ਭੁਗਤ ਜਾਂਦੇ ਨੇ ਸੰਗਤ ਜੀ। ਕਹਿੰਦੇ ਨੇ ਜੀ ਸਾਧ ਨੇ ਬਹੁਤ ਵਧੀਆ ਕੰਮ ਕੀਤਾ, ਕੋਈ ਗੱਲ ਨਹੀਂ ਜੀ, ਤੇ ਮਾਮਲਾ ਉਹ ਅੱਗੇ ਤੋੜ ਦਿੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ। ਸ਼੍ਰੀ ਅਕਾਲ ਤਖਤ ਸਾਹਿਬ ਤੇ ਉਸ ਵੇਲੇ ਦਮਦਮਾ ਸਾਹਿਬ ਵਾਲੇ ਜਿਹੜੇ ਹੈਗੇ ਨੇ ਬਹੁਤ ਸਾਡੇ ਸਾਫ ਸੁਥਰੇ ਮੈਨੇਜਰ ਰਣਜੀਤ ਸਿੰਘ, ਠੀਕ ਹੈ ਜੀ, ਉਹਨਾਂ ਦਾ ਬਹੁਤ ਧਿਆਨ ਰੱਖਣ ਵਾਲੇ ਜਿਹੜੇ ਸਾਡੇ ਜਥੇਦਾਰ ਹੈਗੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਦੋਂ ਕਾਰਜਕਾਰੀ ਜਥੇਦਾਰ ਹੁੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ। ਉਹਨਾਂ ਦੇ ਕੋਲ ਇਹ ਮਾਮਲਾ ਪਹੁੰਚਦਾ ਆ ਤੇ ਉਹ ਵੀ ਕਹਿੰਦੇ ਨੇ ਵੀ ਕੋਈ ਗਲਤ ਕੰਮ ਨਹੀਂ ਕੀਤਾ ਜੀ ਸਾਧ ਨੇ, ਇਹ ਤਾਂ ਮਰਿਆਦਾ ਦੇ ਵਿੱਚ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਪਾਸੇ ਤਾਂ ਮੜੀਆਂ ਮਸਾਣੀਆਂ ਦੇ ਉੱਤੇ ਪ੍ਰਕਾਸ਼ ਵਰਜਿਤ ਹੈ, ਅਸੀਂ ਨਹੀਂ ਕਰ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਤੇ ਇਹ ਸਾਧ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਕੇ ਪਰਿਕਰਮਾ ਕਰ ਰਿਹਾ ਆ, ਧੂਫ ਅਗਰਬੱਤੀਆਂ ਦਿਖਾ ਰਹੇ ਨੇ, ਜੋ ਵੀ ਕਰ ਰਹੇ ਨੇ। ਮੇਰੇ ਭਾ ਨੂੰ ਤਾਂ ਇਹ ਨਾਟਕ ਤੇ ਨੋਟੰਕੀਆਂ ਆਈਆਂ। ਤੇ ਫਿਰ ਇੱਦਾਂ ਦੇ ਲੋਕਾਂ ਨੂੰ ਅਗਰ ਇਹਨਾਂ ਦੇ ਸਕੱਤਰ ਜਿਹੜੇ ਹੈਗੇ ਨੇ ਗੁਰਚਰਨ ਸਿੰਘ ਗਰੇਵਾਲ ਵਰਗੇ ਜਾਂ ਹਰਪ੍ਰੀਤ ਸਿੰਘ ਵਰਗੇ ਜਥੇਦਾਰ ਜਿਹੜੇ ਹੈਗੇ ਨੇ ਉਹ ਵਧਾਵਾ ਦੇ ਰਹੇ ਨੇ, ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਵਧਾਵਾ ਇਹ ਕਿਸ ਚੀਜ਼ ਨੂੰ ਦਿੱਤਾ ਜਾ ਰਿਹਾ। ਫਿਰ ਇਹ ਕਹਿੰਦੇ ਗੁਰੂ ਘਰਾਂ ਦੇ ਵਿੱਚ RSS ਵੜ ਗਈ ਹੈ। ਫਿਰ ਇਹ ਕਾਰਨਾਮੇ ਜਿਹੜੇ ਹੈਗੇ ਨੇ ਇਹ ਕੌਣ ਕਰ ਸਕਦਾ ਸੰਗਤ ਜੀ, ਤੁਸੀਂ ਆਪ ਸੋਚੋ, ਇਹ ਕਰਤੂਤਾਂ ਕੌਣ ਕਰ ਸਕਦਾ। ਮੈਨੂੰ ਖੈਰ ਮਤਲਬ ਗੁਰਦਾਸ ਮਾਨ ਦਾ ਇੱਕ ਗਾਣਾ ਯਾਦ ਆ ਰਿਹਾ ਆ, ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ, ਲੋਕੀ ਵਸਦੇ ਨੇ ਲੱਖਾਂ ਤੇ ਮੈਂ ਕੱਲੀ ਹੋ ਗਈ। ਮੈਂ ਲਾਈਨਾਂ ਵੀ ਲਿਖ ਕੇ ਰੱਖੀਆਂ, ਗਾਣੇ ਗੁਣੇ ਮੈਂ ਇੰਨੇ ਸੁਣਦਾ ਨਹੀਂ ਹੈਗਾ, ਠੀਕ ਹੈ। ਇਸ ਗਾਣੇ ਨੂੰ ਜਦੋਂ ਲੋਕਾਂ ਨੇ ਸੁਣਿਆ ਸੀਗਾ ਨਾ ਕਿ ਗੁਰਦਾਸ ਮਾਨ ਨੇ ਪੈਰਾਂ 'ਚ ਘੁੰਗਰੂ ਬੰਨ੍ਹੇ ਆ ਤੇ ਨੱਚ ਰਿਹਾ ਆ ਤੇ ਉਸ ਮੁਰਸ਼ਦ ਨੂੰ, ਉਸ ਅੱਲਾ ਨੂੰ, ਉਸ ਵਾਹਿਗੁਰੂ ਨੂੰ ਯਾਦ ਕਰ ਰਿਹਾ ਹੈ ਸ਼ਾਇਦ, ਜਾਂ ਕਿਸੇ ਪੀਰ ਨੂੰ ਯਾਦ ਕਰ ਰਿਹਾ ਆ। ਤੇ ਗੁਰਦਾਸ ਮਾਨ ਦਾ ਤਾਂ ਪਤਾ ਹੀ ਹੈ ਤੁਹਾਨੂੰ ਵੀ ਕਿਹੜੇ ਕਿਹੜੇ ਪੀਰਾਂ 'ਤੇ ਜਾਂਦਾ ਰਿਹਾ ਆ। ਹੁਣ ਇਸ ਮਤਲਬ ਦੇਖੋ ਸਾਡਾ ਬ੍ਰੇਨ ਵਾਸ਼ ਕਿੱਦਾਂ ਕੀਤਾ ਜਾਂਦਾ ਆ ਇਸ ਗਾਣੇ ਨੂੰ। ਮਤਲਬ ਅਗਰ ਤੁਸੀਂ ਪਿਕਚਰਾਈਜੇਸ਼ਨ ਵੀ ਇਹਦੀ ਦੇਖੋਗੇ ਤਾਂ ਗੁਰਦਾਸ ਮਾਨ ਗਾਉਂਦਾ ਹੋਇਆ ਤਾਂ ਐਵੇਂ ਲੱਗਦਾ ਕਿ ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ, ਲੋਕੀ ਵਸਦੇ ਨੇ ਲੱਖਾਂ ਤੇ ਮੈਂ ਇਕੱਲੀ ਹੋ ਗਈ। ਇਹਦੇ ਅਗਰ ਮਤਲਬ ਦੋਹਰੇ ਨਿਕਲਦੇ ਨੇ, ਪਰ ਵੀਡੀਓ ਸਾਰਾ ਕੁਝ ਦਰਸਾ ਦਿੰਦੀ ਇੱਕ ਕੁੜੀ ਭੱਜੀ ਫਿਰਦੀ ਹੈ ਇੱਧਰ ਉੱਧਰ ਇਹਦੇ ਪੂਰੇ ਗਾਣੇ ਦੇ ਵਿੱਚ, ਕਿਉਂਕਿ ਅੱਜ ਜਿਵੇਂ ਸੌਂਗ ਉਹ ਦੇਖਿਆ। ਹੁਣ ਇਹ ਸੌਂਗ ਅਗਰ ਤੁਸੀਂ ਇਕੱਲਾ ਆਡੀਓ ਵੀ ਸੁਣਦੇ ਹੋ ਤਾਂ ਆਡੀਓ ਦੇ ਵਿੱਚ ਤੁਹਾਨੂੰ ਮਤਲਬ ਐਵੇਂ ਲੱਗਦਾ ਵੀ ਤੁਸੀਂ ਉਸ ਪਰਮਾਤਮਾ ਨੂੰ ਲੱਭਣ ਪਿੱਛੇ ਲੱਗੇ ਹੋ, ਵੀ ਉਹਦੇ ਇਸ਼ਕ 'ਚ ਪਾਗਲ ਹੋਏ ਹੋ, ਝੱਲੇ ਹੋਏ ਪਏ ਹੋ। ਪਰ ਉਸ ਪਰਮਾਤਮਾ ਨੂੰ ਲੱਭਣ ਵਾਸਤੇ ਤੁਸੀਂ ਪੈਰਾਂ 'ਚ ਘੁੰਗਰੂ ਬੰਨ੍ਹ ਲਓ। ਉਹ ਘੁੰਗਰੂ ਬੰਨ੍ਹਣੇ ਜ਼ਰੂਰੀ ਆ, ਉਹ ਘੁੰਗਰੂ ਬੰਨ੍ਹ ਕੇ ਨੱਚੋ ਜਿੱਦਾਂ ਗੁਰਦਾਸ ਮਾਨ ਇਸ ਗਾਣੇ 'ਚ ਨੱਚ ਰਿਹਾ ਸੀ। ਸੋ ਇਹ ਨਚਾਰਪੁਣਾ ਜਿਹੜਾ ਹੈਗਾ ਆ ਨਾ, ਇਸ ਤਰੀਕੇ ਨਾਲ ਸਾਡੇ ਵਿੱਚ ਪਰੋਸਿਆ ਜਾਂਦਾ ਅਤੇ ਸਾਡੀ ਨੌਜਵਾਨ ਪੀੜ੍ਹੀ ਇੱਦਾਂ ਹੀ ਨੱਚਣਾ ਸ਼ੁਰੂ ਕਰਦੀ ਹੈ। ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਸਾਡੀ ਨੌਜਵਾਨ ਪੀੜ੍ਹੀ ਇੱਦਾਂ ਹੀ ਉੱਧਰਲੇ ਪਾਸੇ ਨੂੰ ਜਾਂਦੀ ਹੈ। ਲਓ ਜੀ, ਇੰਨੇ ਫੇਮਸ ਸਿੰਗਰ ਨੇ ਆਹ ਗਾਣਾ ਗਾਇਆ ਆ,
ਅੱਜ ਤਾਂ ਮੰਜੇ ਉੱਤੇ ਬੈਠ ਕੇ ਜੱਟ ਬਣਿਆ ਨਵਾਬ ਹੋਏ, ਬਣਨਾ ਹੀ ਆ ਸੀ ਨਵਾਬ। ਸੋ ਆਹ ਜਿਹੜੀਆਂ ਚੀਜ਼ਾਂ ਸਾਨੂੰ ਪਰੋਸੀਆਂ ਜਾਂਦੀਆਂ ਨੇ, ਤੇ ਆਹ ਸੁਰਖੀ ਬਿੰਦੀ ਲਾ ਕੇ, ਮਤਲਬ ਸੁਰਖੀ ਲਾ ਕੇ, ਇਹਦੀ ਵੀਡੀਓ ਤੁਸੀਂ ਦੇਖ ਹੀ ਰਹੇ ਹੋਵੋਗੇ, ਸੁਰਖੀ ਲਾ ਕੇ ਇਹ ਸਾਧ ਕੀ ਸਾਬਤ ਕਰ ਰਿਹਾ ਹੈ। ਮਤਲਬ ਮੈਂ ਕੀ ਐਕਸਪਲੇਨ ਕਰਾਂ ਤੁਹਾਨੂੰ ਇਸ ਚੀਜ਼ ਦਾ, ਤੁਸੀਂ ਆਪ ਸਮਝ ਸਕਦੇ ਹੋ। ਤੇ ਇਸ ਚੀਜ਼ ਨੂੰ, ਇਹ ਵੀਡੀਓਜ਼ ਸਾਰੀਆਂ ਦੇਖੀਆਂ ਗਈਆਂ, ਸਕੱਤਰ ਵੱਲੋਂ ਵੀ, ਗੁਰਚਰਨ ਸਿੰਘ ਗਰੇਵਾਲ ਵੱਲੋਂ ਵੀ ਦੇਖੀਆਂ ਗਈਆਂ ਇਹ ਵੀਡੀਓਜ਼, ਇਹ ਯਾਨੀ ਹਰਪ੍ਰੀਤ ਸਿੰਘ ਵੱਲੋਂ ਵੀ ਵੀਡੀਓਜ਼ ਦੇਖੀਆਂ ਗਈਆਂ। ਇਹ ਦੇਖ ਕੇ ਫੇਰ ਵੀ ਕਿਹਾ ਗਿਆ ਵੀ ਕੋਈ ਗੁਨਾਹ ਨਹੀਂ ਹੋਇਆ ਜੀ, ਇਹ ਮਰਿਆਦਾ ਦੇ ਅਧੀਨ ਆਂਦਾ ਆ, FIR ਰੱਦ ਕੀਤੀ ਜਾਵੇ। ਤੇ FIR ਮਹਾਲਮ ਵੱਲੋਂ ਕਰਵਾਈ ਗਈ, ਉਦੋਂ ਰੱਦ ਕੀਤੀ ਗਈ। ਹੁਣ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਹਰਪ੍ਰੀਤ ਸਿੰਘ ਜੀ ਨੂੰ ਇਹ ਗੱਲ ਪੁੱਛਦਾ ਆ ਵੀ ਕਿਹੜੀ ਮਰਿਆਦਾ 'ਚ ਇਹ ਲਿਖਿਆ ਆ ਵੀ ਅਸੀਂ ਸੁਰਖੀਆਂ ਲਾ ਕੇ, ਕਿਉਂਕਿ ਸਾਡੇ ਵਿੱਚ ਤਾਂ ਬੀਬੀਆਂ ਨੂੰ ਮਨਾ ਕੀਤਾ ਗਿਆ ਆ ਮੇਕਅਪ ਕਰਨ ਤੋਂ। ਸਾਬਤ ਸੂਰਤ ਬੀਬੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਨਹੀਂ ਮੇਕਅਪ ਕਰ ਸਕਦੀਆਂ, ਸੁਰਖੀ ਬਿੰਦੀ ਨਹੀਂ ਲਾ ਸਕਦੀਆਂ ਸਿੱਖ ਧਰਮ ਦੇ ਵਿੱਚ। ਤੁਸੀਂ ਦੱਸੋ ਵੀ ਤੁਸੀਂ ਕਿਹੜੀ ਇਹ ਨਵੀਂ ਮਰਿਆਦਾ ਬਣ ਗਈ ਕਿ ਇੱਕ ਬੰਦਾ ਜਨਾਨੇ ਦਾ ਰੂਪ ਧਾਰਨ ਕਰਕੇ, ਸੁਰਖੀ ਲਾ ਕੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸਾਹਮਣੇ ਵਾਲੇ ਬੰਦੇ ਦੇ ਸਿਰ ਤੇ ਚੁਕਾ ਕੇ ਮੜੀਆਂ ਮਸਾਣੀਆਂ ਦੇ ਫੇਰੇ ਲਵੇ। ਫੇਰ ਜਦੋਂ ਮੈਂ ਬੋਲਦਾ ਤਾਂ ਤੁਹਾਨੂੰ ਫੇਰ ਗੱਲਾਂ ਚੁੱਭਦੀਆਂ ਨੇ। ਰਘਵੀਰ ਸਿੰਘ ਜੀ ਜਥੇਦਾਰ ਸਾਹਿਬ, ਤੁਸੀਂ ਵੀ ਇਹਦੇ ਤੇ ਥੋੜ੍ਹੀ ਪ੍ਰਤੀਕਿਰਿਆ ਦੇ ਦਿਆ ਕਰੋ ਕਦੀ, ਵੀ ਤੁਸੀਂ ਕੀ ਪ੍ਰਤੀਕਿਰਿਆ ਦਿੰਦੇ ਹੋ ਇਸ ਦੇ ਉੱਤੇ ਤੇ ਕੀ ਸੋਚਦੇ ਹੋ। ਹੱਦ ਹੋ ਗਈ ਆ। ਮਤਲਬ ਤੁਸੀਂ ਸਾਰੀ ਕੌਮ ਨੂੰ ਆਹ ਸੁਨੇਹਾ ਦੇ ਰਹੇ ਹੋ, ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇ ਰਹੇ ਹੋ ਵੀ ਤੁਸੀਂ ਅਗਰ ਦਸਤਾਰਾਂ ਸਜਾਈਆਂ ਨੇ, ਦਮਾਲੇ ਸਜਾਏ ਨੇ, ਤਾਂ ਤੁਸੀਂ ਸੁਰਖੀਆਂ ਲਾ ਕੇ ਕੁਝ ਵੀ ਕਰ ਸਕਦੇ ਹੋ। ਇਸ ਕਰਕੇ ਮੈਂ ਜਿੰਨੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਹੈਗੀਆਂ ਨੇ, ਨਿਹੰਗ ਸਿੰਘ ਜਥੇਬੰਦੀਆਂ, ਤੁਹਾਨੂੰ ਕਲਗੀਧਰ ਦੀਆਂ ਫੌਜਾਂ ਕਿਹਾ ਜਾਂਦਾ ਆ। ਤੁਸੀਂ ਨਿਹੰਗ ਸਿੰਘ ਫੌਜਾਂ ਹੋ ਜਿਹਨਾਂ ਨੇ ਦੇਸ਼ ਕੌਮ ਦੀ ਰੱਖਿਆ ਕਰਨੀ ਆ, ਜਿਹੜੇ ਕਰਦੇ ਆਏ ਹੋ। ਮਿਸਲਾਂ ਨੂੰ ਕੋਈ ਨਹੀਂ ਭੁੱਲਿਆ। ਤਾਂ ਅਜਿਹੇ ਜਿਹੜੇ ਲੋਕ ਨੇ ਪਹਿਰਾਵਾ ਤੁਹਾਡੇ ਵਰਗਾ ਪਾ ਕੇ ਅਜਿਹੇ ਅਡੰਬਰ ਕਰਦੇ ਨੇ, ਇਹਨਾਂ ਲੋਕਾਂ ਦਾ ਵੀ ਕਿਰਪਾ ਕਰਕੇ ਭਰਾਵੋ ਨੋਟਿਸ ਲਿਆ ਕਰੋ। ਬੇਨਤੀ ਆ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹਨਾਂ ਦੀਆਂ ਜਾਗਦੀਆਂ ਜ਼ਮੀਰਾਂ ਨੇ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਨਾਂ ਦਾ ਵੀ ਨੋਟਿਸ ਲਿਆ ਕਰੋ। ਕੀ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਤੇ ਸਿਰਫ ਮਤਲਬ ਦਿਖਾਵੇ ਮਾਤਰ ਰੱਖ ਲਿਆ ਹੈ ਆਪਣੇ ਕੋਲ? ਅਸੀਂ ਕਿੱਦਾਂ ਭੁੱਲ ਗਏ ਵੀ ਉਹ ਸਾਡੇ 10 ਗੁਰਾਂ ਦੀ ਜਾਗਦੀ ਜਿਉਂਦੀ ਜੋਤ ਹੈ। ਕੋਈ ਵੀ ਮੜੀ ਮਸਾਣੀ ਤੇ ਜਾ ਕੇ ਪ੍ਰਕਾਸ਼ ਕਰ ਦੂਗਾ, ਮਤਲਬ ਸ਼ਸਤਰਾਂ ਦਾ ਉੱਥੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦੂਗਾ, ਤੇ ਉਹ ਕੀ ਬਣ ਗਿਆ? ਮਸੀਹ ਤਾਂ ਅਸੀਂ ਮਸੰਦ ਕੱਢੇ ਆ ਕੌਮ 'ਚੋਂ। ਮਸੀਹ ਤਾਂ ਅਸੀਂ ਜਿਹੜੇ ਸਾਡੇ ਵਿੱਚ ਬੜੇ ਹੋਏ ਸੀਗੇ, ਮੈਂ ਹੁਣ ਕੀ ਕਹਾਂ, ਮਹੰਤਾਂ ਦੀਆਂ ਔਲਾਦਾਂ ਗੁਰੂ ਘਰਾਂ 'ਚੋਂ ਕੱਢੀਆਂ ਨੇ। ਪਰ ਆਹ ਜਿਹੜਾ ਹੁਣ ਸ਼ੁਰੂ ਹੋ ਰਿਹਾ ਹੈ ਗੁਰੂ ਘਰਾਂ ਦੇ ਅੰਦਰ ਵੀ ਤੇ ਗੁਰੂ ਘਰਾਂ ਦੇ ਬਾਹਰ ਵੀ, ਇਸ ਤੋਂ ਅਸੀਂ ਕਿੱਦਾਂ ਛੁਟਕਾਰਾ ਪਾਵਾਂਗੇ? ਇਸ ਤੋਂ ਅਸੀਂ ਕਿੱਦਾਂ ਨਿਜਾਤ ਪਾਵਾਂਗੇ ਸੰਗਤ ਜੀ? ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਉਸ ਸੰਗਤਾਂ ਨੂੰ ਵੀ ਮੈਂ ਕਹਿਣਾ ਆ ਵੀ ਤੁਸੀਂ ਕਿਰਪਾ ਕਰਕੇ ਜੇ ਉਸ ਗੁਰੂ ਦੇ ਲੜ ਲੱਗੇ ਹੋ ਤਾਂ ਉਸ ਗੁਰੂ ਦੇ ਲੜ ਲੱਗੋ। ਦੇਹਧਾਰੀਆਂ ਦੀ ਸਾਡੇ ਵਿੱਚ ਕੋਈ ਥਾਂ ਨਹੀਂ ਹੈਗੀ। ਪਤਾ ਨਹੀਂ ਸੰਗਤਾਂ ਕਿੱਦਾਂ ਇਹਨਾਂ ਦੇ ਪਿੱਛੇ ਲੱਗ ਜਾਂਦੀਆਂ ਨੇ, ਜਿਹੜੇ ਮਤਲਬ ਕੋਈ ਵੀ ਪਖੰਡੀ ਢੋਂਗੀ ਹੋ ਗਿਆ। ਆ ਇੱਕ ਵੀਡੀਓ ਥੋੜ੍ਹੇ ਦਿਨ ਪਹਿਲਾਂ ਹੋਰ ਬੜੀ ਵਾਇਰਲ ਹੋ ਰਹੀ ਸੀ, ਇੱਕ ਬੈਠਿਆ ਆ ਚੋਲਾ ਪਾ ਕੇ, ਚਿੱਟਾ ਚੌੜਾ ਹੋ ਕੇ, ਤੇ ਬੀਬੀਆਂ ਲੱਗੀਆਂ ਉਹਦੇ ਪੈਰ ਧੋ ਕੇ, ਮਤਲਬ ਅਲਕਤ ਆਂਦੀ ਆ ਉਹਦੇ ਪੈਰ ਧੋ ਕੇ, ਮਲ ਮਲ ਕੇ ਚੂਲੀਆਂ ਭਰ ਭਰ ਕੇ ਪੀ ਰਹੀਆਂ ਨੇ, ਘੁੱਟ ਭਰ ਭਰ ਕੇ। ਕੀ ਦੇ ਦੇਣਗੇ ਉਹ? ਉਹਨੂੰ ਕੋਈ ਸਕਿਨ ਡਿਜ਼ੀਜ਼ ਹੋਵੇ, ਕੋਈ ਬਿਮਾਰੀ ਹੋਵੇ, ਤੁਸੀਂ ਬਿਮਾਰੀ ਲੈ ਆਓਗੇ ਆਪਣੇ ਘਰੇ। ਗੰਦੇ ਪੈਰ ਧੋ ਧੋ ਕੇ ਪੀ ਰਹੇ ਹੋ। ਉਹਦੇ ਪੈਰਾਂ ਦਾ ਗੰਦ ਪੀਣ ਨਾਲੋਂ ਚੰਗਾ ਆ ਵੀ ਤੁਸੀਂ ਉਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜਾ ਕੇ ਮੱਥਾ ਟੇਕ ਲਓ, ਉਹ ਤੋਂ ਮੰਗ ਲਓ ਜੋ ਮੰਗਣਾ ਆ। ਉਹ ਆ ਸਾਡਾ ਅਸਲ ਖਸਮ, ਉਹ ਆ ਸਾਡਾ ਅਸਲ ਪਿਓ। ਆ ਜਿਹੜੇ ਦੇਹਧਾਰੀ ਚੌੜੇ ਹੋ ਕੇ ਜਿਹੜੇ ਬੈਠੇ ਆ, ਜਿਹੜੇ ਕਹਿੰਦੇ ਆ ਵੀ ਹਾਂ ਭਾਈ ਆ ਲਿਆਓ ਆ ਲਿਆਓ, ਉੱਦਾਂ ਤੁਸੀਂ ਕਹਿ ਦੋਗੇ ਲੋ ਜੀ ਉਹ ਡੇਰਾ ਬਾਬਿਆਂ ਦਾ ਆਇਆ, ਉੱਥੇ ਤਾਂ ਫਰੂਟਾਂ ਦੇ ਢੇਰ ਲੱਗੇ ਹੋਏ ਆ, ਉੱਥੇ ਤਾਂ ਕੇਲਿਆਂ ਦੇ ਢੇਰ ਲੱਗੇ ਆ, ਉੱਥੇ ਤੁਸੀਂ ਜਾ ਕੇ ਦੇਖੋ ਜੀ ਰਸਦ ਦੀ ਕੋਈ ਘਾਟ ਨਹੀਂ, ਸਬਜ਼ੀਆਂ ਦੇ ਢੇਰ ਲੱਗੇ ਆ, ਕਣਕ ਦੇ ਝੋਨੇ ਦੇ ਢੇਰ ਲੱਗੇ ਆ। ਲਾਏ ਕਹਿੰਦੇ ਆ 1 ਰੁਪਈਏ ਦਾ ਪੈਸਾ, 1 ਪੈਸੇ ਦਾ ਫਰੂਟ ਨਹੀਂ ਉਹ ਆਪਣੀ ਜੇਬ 'ਚ ਮੰਗਵਾਉਂਦੇ। ਤੁਹਾਡੇ ਵਰਗੇ ਹੀ ਬੇਵਕੂਫ ਜਾਂਦੇ ਨੇ ਜਿਹੜੇ ਢੇਰ ਲਾ ਕੇ ਆਉਂਦੇ ਨੇ ਉੱਥੇ। ਤਾਂ ਫਿਰ ਉਹ ਜਿਹੜਾ ਢੇਰ ਲੱਗ ਜਾਂਦਾ, ਜਦੋਂ ਵੱਧ ਹੋ ਜਾਂਦਾ ਤਾਂ ਫਿਰ ਆਪ ਹੀ ਉਹ ਚੁਕਵਾ ਦਿੰਦੇ ਨੇ। ਆਹੀ ਕਰਤੂਤਾ SGPC ਕਰਦੀ ਹੈ। ਆ ਹੁਣ ਸਭਾ ਸ਼ੁਰੂ ਹੋਣੀ ਹੈ ਤਾਂ ਇਹਨਾਂ ਨੇ ਇਹੀ ਕਰਨਾ। ਜਿੰਨੀ ਰਸਦ, ਜਿੰਨਾ ਕੁਛ ਆਉਣਾ ਆ, ਉਹ ਸਭ ਕੁਛ ਔਨ ਬਿੱਲ ਆਉਣਾ ਆ। ਮੈਂ ਤਾਂ ਹੀ ਕਿਹਾ ਜਿਹੜਾ ਵੀ ਕੁਛ ਹੁਣ ਤੁਸੀਂ ਦੇ ਕੇ ਆਓਗੇ ਰਸੀਦਾਂ ਨਾਲ ਲੈ ਕੇ ਆਓ। ਗੁਪਤਦਾਨ ਕਰਨਾ ਬਿਲਕੁਲ ਬੰਦ ਕਰ ਦਿਓ। ਇਹ ਸਾਰੇ ਦੇ ਸਾਰੇ ਖਾਣ ਹੂਰੇ ਸਾਨੂੰ ਟੱਕਰੇ ਆ। ਬਹੁਤ ਘੱਟ ਨੇ ਜਾਗਦੀਆਂ ਜ਼ਮੀਰਾਂ ਵਾਲੇ ਇਹਨਾਂ ਦੇ ਵਿੱਚ, ਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਜਿਉਣ ਨਹੀਂ ਦਿੰਦੇ। ਇਸ ਲਈ ਕਿਰਪਾ ਕਰਕੇ ਆ ਜਿਹੜੇ ਡੇਰਿਆਂ ਵਾਲੇ ਬੈਠੇ ਆ, ਡੇਰਿਆਂ ਵਾਲਿਆਂ ਤੋਂ ਦੂਰ ਹੋ ਜਾਓ।
ਦੇਹਧਾਰੀਆਂ ਤੋਂ ਦੂਰ ਹੋ ਜਾਓ, ਉਸ ਗੁਰੂ ਨੂੰ ਸਮਰਪਿਤ ਹੋ ਜਾਓ ਜਿਨ੍ਹਾਂ ਨੇ ਤੁਹਾਡਾ ਬੇੜਾ ਤਾਰਨਾ ਆ। ਇਹਨਾਂ ਨੇ ਤੁਹਾਡਾ ਬੇੜਾ ਸਿਰਫ ਬਿਠਾਣਾ ਹੀ ਬਿਠਾਣਾ ਆ, ਜਿਨ੍ਹਾਂ ਦੇ ਪਿੱਛੇ ਤੁਸੀਂ ਲੱਗੇ ਹੋ। ਖੈਰ ਹੁਣ ਇਹਦਾ ਜਵਾਬ ਮੈਨੂੰ ਜ਼ਰੂਰ ਦਿਓ ਵੀ ਇਹ ਕਿਹੜੀ ਮਰਿਆਦਾ ਦੇ ਅਧੀਨ ਆਉਂਦਾ ਆ ਮੜੀਆਂ ਮਸਾਣੀਆਂ ਦੇ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਲੈ ਕੇ ਜਾਣਾ। ਇਹ ਇਹਨਾਂ ਦੇ ਜਿਹੜੇ ਗੁਰਚਰਨ ਸਿੰਘ ਗਰੇਵਾਲ ਹੈਗੇ ਨੇ ਸਕੱਤਰ, ਉਹ ਮੈਨੂੰ ਜਵਾਬ ਦੇਣ, ਤੇ ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇਣ ਵੀ ਉਸ ਵੇਲੇ ਇਹਨਾਂ ਨੇ ਕਿਉਂ ਇਹ ਗੱਲ ਕਹੀ ਕਿ ਮਰਿਆਦਾ ਦੇ ਵਿੱਚ ਆਉਂਦਾ ਹੈ। ਕਿਹੜੀ ਮਰਿਆਦਾ ਆ, ਕਿਹੜਾ ਨਵਾਂ ਖਰੜਾ ਤਿਆਰ ਹੋ ਗਿਆ ਮਰਿਆਦਾ ਦਾ, ਉਹ ਮਰਿਆਦਾ ਸੰਗਤ ਨੂੰ ਜ਼ਰੂਰ ਦਿਖਾਈ ਜਾਵੇ। ਖੈਰ ਜੀ ਅੱਗੇ ਆ ਜਾਓ। ਹੁਣ ਮੈਂ ਕਹਾਂਗਾ ਕਿ ਧੀਆਂ ਭੈਣਾਂ ਕਿਰਪਾ ਕਰਕੇ ਹੁਣ ਵੀਡੀਓ ਦੇਖਣੀ ਬੰਦ ਕਰ ਦਿਓ ਥੋੜ੍ਹੀ ਦੇਰ ਤੱਕ। ਜਿਹਨਾਂ ਦਾ ਜਿਗਰਾ ਹੈਗਾ ਆ ਉਹ ਬੇਸ਼ੱਕ ਦੇਖ ਲੈਣ, ਪਰ ਸ਼ਬਦ ਜਿਹੜੇ ਮੈਂ ਵਰਤਨੇ ਨੇ ਉਹਦੇ ਵਾਸਤੇ ਮੈਂ ਪਹਿਲਾਂ ਹੀ ਮਾਫੀ ਮੰਗਦਾ ਹਾਂ। ਇਤਿਹਾਸਿਕ ਗੁਰੂ ਘਰ ਵਿੱਚ SGPC ਮੁਲਾਜ਼ਮ ਮਨਾਉਂਦੇ ਰਹੇ ਰੰਗ ਰਲੀਆਂ, ਪਵਿੱਤਰ ਖੂਹ ਵਿੱਚ ਸੁੱਟਦੇ ਰਹੇ ਸ਼ਰਾਬ ਦੀਆਂ ਬੋਤਲਾਂ, ਵਰਤੇ ਹੋਏ ਕੌਂਡਮ, ਮੀਟ, ਹੱਡੀਆਂ, ਤਾਂ ਇੱਥੋਂ ਤੱਕ ਕਿ ਜੋ ਕਰਤੂਤਾਂ ਇਹ ਕਰਦੇ ਸੀ ਇਹਨਾਂ ਨੂੰ ਰੰਗੇ ਹੱਥੀ ਪਿੰਡ ਵਾਲਿਆਂ ਨੇ ਫੜਿਆ। ਇਹ ਮਤਲਬ 22 ਦੀ ਗੱਲ ਆ ਸ਼ਾਇਦ, ਅਗਰ ਮੈਂ ਗਲਤ ਨਹੀਂ, 21 ਦੀ ਗੱਲ ਆ, ਜੂਨ ਮਹੀਨੇ ਦੀ, 8 ਜਾਂ 9 ਜੂਨ ਦੀ ਗੱਲ ਆ। ਇੱਥੇ ਦੇ ਮੈਨੇਜਰ ਸੁਖਮਿੰਦਰ ਸਿੰਘ ਸੀ ਆਈ ਥਿੰਕ, ਤੇ ਇਹ ਮੈਨੇਜਰ ਮੈਨੇਜਰ ਜਿਹੜਾ ਸੀਗਾ ਤੇ ਇੱਕ ਹੋਰ ਸੀਗਾ ਗੁਰਬਾਜ ਸਿੰਘ, ਸੁਖਮਿੰਦਰ ਸਿੰਘ, ਤੇ ਮੈਨੇਜਰ ਸੀਗਾ ਜੀ ਉਸ ਵੇਲੇ ਕੁਲਵੰਤ ਸਿੰਘ, ਅਗਰ ਮੈਂ ਗਲਤ ਨਹੀਂ ਹੈਗਾ। ਇਹ ਬੰਦੇ ਰਾਤ ਨੂੰ 2 ਜਨਾਨੀਆਂ ਲੈ ਕੇ ਆਏ ਜੀ, ਤੇ 2 ਜਨਾਨੀਆਂ ਲੈ ਕੇ ਰੂਮ ਨੰਬਰ 1 ਤੇ ਰੂਮ ਨੰਬਰ 2 ਦੇ ਵਿੱਚ ਇਹ ਆਪਣੀਆਂ ਕਰਤੂਤਾਂ ਕਰ ਰਹੇ ਸੀ, ਜੋ ਵੀ ਕਰਦੀਆਂ ਸੀਗੀਆਂ। ਪਿੰਡ ਵਾਲਿਆਂ ਨੂੰ ਲੱਗ ਗਿਆ ਪਤਾ, ਤੇ ਪਿੰਡ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਤਾਂ ਪਿੰਡ ਨੇ ਹੌਲੀ ਹੌਲੀ ਕਰਕੇ ਗੁਰੂ ਘਰ ਨੂੰ ਪਾ ਲਿਆ ਜੀ ਘੇਰਾ। ਗੁਰੂ ਘਰ ਨੂੰ ਜਦੋਂ ਘੇਰਾ ਪੈਂਦਾ ਆ ਤਾਂ ਇਹਨਾਂ ਦੇ ਵਿੱਚੋਂ ਕਿਸੇ ਦੀਆਂ ਕਰਤੂਤਾਂ ਜਿਹੜੀਆਂ ਇਹਨਾਂ ਨੇ ਲੁਕਾਉਣੀਆਂ ਨੇ, ਇਹਨਾਂ ਦੇ ਉੱਥੇ ਇੱਕ ਪੁਰਾਤਨ ਖੂਹ ਹੈ, ਠੀਕ ਹੈ ਜੀ। ਇਹ ਘਟਨਾ ਹੈਗੀ ਆ ਜੈਤੋਂ ਦੀ, ਗੁਰਦੁਆਰਾ ਗੰਗਸਰ ਸਾਹਿਬ ਦੀ, ਠੀਕ ਹੈ, ਜਿੱਥੇ ਦੀ ਇਹ ਸਾਰੀ ਘਟਨਾ ਹੈ। ਤਾਂ ਤੁਹਾਨੂੰ ਪਤਾ ਵੀ ਹੋਊਗਾ, ਤੁਸੀਂ ਪਹਿਲਾਂ ਇਹਦਾ ਬਹੁਤ ਬਵਾਲ ਹੋਇਆ ਸੀ, ਸੁਣਿਆ ਵੀ ਹੋਊਗਾ। ਗੰਗਸਰ ਸਾਹਿਬ ਦੀ ਹੈ ਜੈਤੋਂ ਦੀ ਘਟਨਾ ਇਹ। ਤੇ ਉਹਨਾਂ ਵਿੱਚੋਂ ਕੋਈ ਜਿਹੜਾ ਇੱਕ ਕਾਮਾ ਕੋਈ ਹੋਊਗਾ ਕਰਤੂਤ ਜਿਹਨੇ ਕੀਤੀ ਹੋਈ, ਉਹਨੇ ਜਿਹੜਾ ਇਤਿਹਾਸਿਕ ਉੱਥੇ ਖੂਹ ਆ ਤੇ ਮਤਲਬ ਬੋਤਲ ਚੱਕ ਕੇ ਉਸ ਖੂਹ 'ਚ ਸੁੱਟੀ, ਤੇ ਸੰਗਤ ਨੇ ਉਹ ਵੀ ਦੇਖ ਲਿਆ। ਤੇ ਸੰਗਤ ਨੇ ਉਸ ਤੋਂ ਬਾਅਦ ਪੁਲਿਸ ਆਈ, ਪ੍ਰਸ਼ਾਸਨ ਆਇਆ, ਖੂਹ ਦੀ ਤਲਾਸ਼ੀ ਲਿੱਤੀ ਗਈ। ਖੈਰ ਮੇਰੇ ਤੋਂ ਨਹੀਂ ਬੋਲਿਆ ਜਾਣਾ। ਬੀਬੀ ਤੁਸੀਂ ਆਪ ਸੁਣ ਲਓ ਪਹਿਲਾਂ ਬੀਬੀ ਕੀ ਕਹਿੰਦੀ ਹੈ, ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕੀ ਮਾਮਲਾ ਹੈ ਜੀ? ਗੁਰੂ ਪਿਆਰਿਓ 7 ਤੇ 8 ਜੂਨ ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਸੁਖਮੰਦਰ ਸਿੰਘ ਤੇ ਗੁਰਬਾਜ ਸਿੰਘ ਗੁਰਦੁਆਰਾ ਸਾਹਿਬ 'ਚ 9:30 ਵਜੇ ਪ੍ਰਵੇਸ਼ ਹੁੰਦੇ ਆ ਕਾਰ ਤੇ 2 ਗੈਰ ਜਨਾਨੀਆਂ ਲੈ ਕੇ। ਗੁਰਦੁਆਰਾ ਸਾਹਿਬ ਦੀ ਸਰਾਂ 1 ਤੇ 2 ਨੰਬਰ ਕਮਰੇ 'ਚ ਰਹਿੰਦੇ ਆ। ਇੱਕ ਮੇਰਾ ਵੀਰ ਇੱਥੇ ਕੱਚਾ ਮੁਲਾਜ਼ਮ ਬਲਰਾਜ ਸਿੰਘ, ਉਹਦੀ ਆਤਮਾ ਜਾਗੀ, ਉਹਨੇ ਇੱਧਰ ਉੱਧਰ ਫੋਨ ਕੀਤੇ। ਉਹਨੇ ਗੁਰਮੀਤ ਸਿੰਘ ਕਾਲੂ ਤੇਲੀ ਮਹੱਲੇ ਨੂੰ ਫੋਨ ਕੀਤਾ। ਗੁਰਮੀਤ ਸਿੰਘ ਕਾਲੂ ਤੇਲੀ ਮਹੱਲੇ ਨੇ ਅੱਗੋਂ ਲੱਖੇ ਪ੍ਰਧਾਨ ਸਾਬਕਾ MC ਨੂੰ ਫੋਨ ਕੀਤਾ। ਉਹਨੇ ਅੱਗੋਂ ਬਾਈ ਮੈਨੇਜਰ ਗੁਰਦੁਆਰਾ ਸਾਹਿਬ ਨੂੰ ਫੋਨ ਕੀਤਾ ਵੀ ਆ ਜਾਓ ਭਾਈ, ਤਾੜ ਲਈਏ ਬੰਦੇ। ਤਾਂ ਇੱਥੋਂ 10 ਕਿਲੋਮੀਟਰ ਮੈਨੇਜਰ ਸਾਹਿਬ ਦਾ ਪਿੰਡ ਹੈ, 50-50 ਹਜ਼ਾਰ ਤਨਖਾਹ ਲੈਂਦੇ ਆ। ਕਹਿੰਦਾ ਬਾਈ ਮੈਂ ਤਾਂ ਨਹੀਂ ਆ ਸਕਦਾ, ਤੁਸੀਂ ਬੰਨ੍ਹ ਲਓ। ਉਹ ਬਾਈ ਕਾਲੂ ਸਿੰਘ ਕਹਿੰਦਾ ਵੀ ਮੈਨੂੰ ਭੈਣੇ ਮਾफ़ ਕਰੋ, ਮੈਂ ਭਾਵੇਂ ਦੀ ਡਰ ਗਿਆ, ਭਾਵੇਂ ਜਿਵੇਂ ਸੀ ਮੈਂ ਨਹੀਂ ਆ ਸਕਿਆ, ਮੈਂ ਨਹੀਂ ਬੰਨੇ। ਫਿਰ ਬਾਈ ਕੀ ਹੋਇਆ, 8 ਤਰੀਕ ਸਵੇਰੇ ਇਹ ਮੈਨੇਜਰ ਸਾਹਿਬ ਨੇ ਗੱਲ ਠੰਡੇ ਬਸਤੇ 'ਚ ਪਾਤੀ। ਉਹਨਾਂ ਦੀ ਬਦਲੀ ਇੱਕ ਬੰਦੇ ਦੀ ਦਫ਼ਤਰ 'ਚੋਂ ਕੋਈ ਠੰਡਾ ਜਿਹਾ ਕਾਰਨ ਦੱਸ ਕੇ ਕਰਾ ਲਈ। ਇਹ ਗੱਲ ਗਈ ਆਈ ਹੋ ਗਈ। ਅਸੀਂ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਯਾਤਰਾ 'ਤੇ ਗਏ ਹੋਏ ਸੀ। ਮੈਂ ਰਜਿੰਦਰ ਕੌਰ ਇੱਥੋਂ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿੱਤੀ ਹੋਈ ਨੁਮਾਇੰਦਾ ਹੈ। ਹੁਣ ਇੱਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਹੀਂ। ਅਸੀਂ ਸਾਰੇ ਅਨੰਦਪੁਰ ਸਾਹਿਬ ਯਾਤਰਾ 'ਤੇ ਗਏ ਹੋਏ ਸੀ। ਅਸੀਂ ਪਰਸੋਂ ਰਾਤ ਨੂੰ, ਚੌਥੇ ਰਾਤ ਨੂੰ ਮੁੜੇ ਹਾਂ। ਪਰਸੋਂ ਤੋਂ ਅਸੀਂ ਇਹ ਮੋਰਚਾ ਲਾਇਆ ਹੋਇਆ। ਪਰਸੋਂ ਤੋਂ ਮੈਨੇਜਰ ਨੂੰ ਆ ਕੇ ਝਿੜਕਿਆ, ਉਹ ਤੋਂ ਲਿਖਵਾਇਆ ਵੀ ਤੂੰ ਪਾਪੀਆਂ ਨੂੰ ਕਿਉਂ ਬਖਸ਼ਦਾ, ਤੈਨੂੰ ਜਦੋਂ ਰਾਤ ਨੂੰ ਪਤਾ ਲੱਗ ਗਿਆ ਤੂੰ ਸਵੇਰੇ ਦਫ਼ਤਰ ਨੂੰ ਸਹੀ ਇਤਲਾਹ ਦੇ। ਫਿਰ ਬਾਈ ਅਸੀਂ ਕੱਲ੍ਹ ਸਾਰੀ ਸੰਗਤ ਮੇਰੇ ਨਾਲ ਸਤਪਾਲ ਸਿੰਘ ਖਾਲਸਾ, ਜਸਵੰਤ ਸਿੰਘ ਧਾਰੀਵਾਲ, ਉਜਾਗਰ ਸਿੰਘ ਮੱਕੜ, ਕਾਕਾ ਡਾਕਟਰ, ਅਸੀਂ ਸਾਰੇ ਕੱਲ੍ਹ ਭਾਈ ਅੰਮ੍ਰਿਤਸਰ ਸਾਹਿਬ ਗਏ। ਸਾਰੀ ਸੰਗਤ ਉੱਥੇ ਛੁੱਟੀ ਸੀ। ਬੀਬੀ ਜਗੀਰ ਕੌਰ ਨਾਲ ਫੋਨ ਤੇ ਗੱਲ ਹੋਈ, ਸਕੱਤਰ ਨਾਲ ਫੋਨ ਤੇ ਗੱਲ ਹੋਈ। ਬੀਬੀ ਜਗੀਰ ਕੌਰ ਨੇ ਆਪਦਾ ਮੈਨੇਜਰ ਭੇਜਿਆ, ਸਕੱਤਰ ਨੇ ਆਪਦਾ PA ਭੇਜਿਆ। ਉਹਨਾਂ ਨੇ ਸਾਡੀ ਦਰਖਾਸਤ ਲੈ ਲਈ। ਸਾਡੀ ਦਰਖਾਸਤ ਲੈ ਕੇ ਉਹਨਾਂ ਨੇ ਸਾਨੂੰ ਗੁਰਸੰਯੁਕਤ ਸਿੰਘ ਫਲਾਇੰਗ ਮੈਂਬਰ ਭੇਜਤਾ। ਉਹ ਸਵੇਰ ਦਾ ਅੱਜ ਸਾਡੇ ਕੋਲ ਆਇਆ ਹੋਇਆ। ਉਹਨੂੰ ਅਸੀਂ ਸਾਰੇ ਪ੍ਰੂਫ ਦੇਤੇ, ਸਾਰੀਆਂ ਫੋਨ ਰਿਕਾਰਡਿੰਗ ਸੁਣਾਤੀਆਂ ਵੀ ਇਹਨੇ ਵਿਚਾਰੇ ਨੇ ਰਾਤ ਨੂੰ ਇਹਨੂੰ ਫੋਨ ਕੀਤੇ। ਉਹ ਬੰਦਾ ਵਿਚਾਰਾ ਸੁੱਤਾ ਨਹੀਂ। ਉਹਨੇ ਰਾਤ ਨੂੰ ਧਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਹੈ, ਉਹ ਮੁੰਡਾ ਵੀ ਪਹਿਲਾਂ ਇੱਥੇ ਮੁਲਾਜ਼ਮ ਸੀ, ਹੁਣ ਅਨੰਦਪੁਰ ਸਾਹਿਬ ਹੈ। ਉਹਨੂੰ ਕਹਿੰਦਾ ਮੈਨੂੰ ਰੱਜੀ ਭੈਣ ਦਾ ਨੰਬਰ ਦੇ ਦੇ, ਮੇਰਾ ਨਾਂ ਰੱਜੀ ਹੈ, ਮੈਂ ਜੈਤੋ ਦੀ ਬੇਟੀ ਹਾਂ। ਉਹਨੇ ਨੰਬਰ ਨਹੀਂ ਦਿੱਤਾ। ਇਹ ਗੱਲ ਮਤਲਬ ਮੈਨੇਜਰ ਸਾਹਿਬ ਨੇ ਗਊ ਮਾਊ ਕਰਤੀ। ਪਰਸੋਂ ਦਾ ਅਸੀਂ ਪੂਰਾ ਮਾਮਲਾ ਭੜਕਾਇਆ ਹੋਇਆ।
ਜਦੋਂ ਬਾਈ ਕੱਲ ਜਗੀਰ ਕੌਰ ਨੂੰ ਪਤਾ ਲੱਗ ਗਿਆ ਬੀਬੀ ਜਗੀਰ ਕੌਰ ਦਾ ਫਰਜ਼ ਸੀ ਪੈਰੀ ਜੁੱਤੀ ਨਾ ਪਾਉਂਦੀ ਇੱਥੇ ਆ ਜਾਂਦੀ। ਅੱਜ ਜਦੋਂ ਗੁਰਸੰਯੁਕਤ ਸਿੰਘ ਨੂੰ ਅਸੀਂ ਸਾਰੇ ਦਿਖਾਤੇ ਐਵੀਡੈਂਸ, ਤਾਂ ਜਦੋਂ ਬਾਈ ਖੂਹ ਦੀ ਤਲਾਸ਼ੀ ਲਈ ਤੁਸੀਂ ਮੇਰੇ ਪੁੱਤ ਤੋਂ ਭਰਾਓ ਬਹੁਤ ਇਤਰਾਜ਼ਯੋਗ ਚੀਜ਼ਾਂ ਨਿਕਲੀਆਂ। ਇਹ ਸਾਡਾ ਧਰਮ ਹੈ, ਸਾਡਾ ਵਿਰਸਾ ਹੈ, ਗੁਰੂਆਂ ਨੇ ਕੁਰਬਾਨੀਆਂ ਦੇ ਕੇ ਬੱਚੇ ਵਾਰ ਕੇ ਇਹ ਸਿੱਖ ਕੌਮ ਦੀਆਂ ਜੜ੍ਹਾਂ ਰੱਖੀਆਂ। ਇਹ ਬਹੁਤ ਉੱਚਾ ਸੁੱਚਾ ਧਰਮ ਹੈ, ਵਿਗਿਆਨਿਕ ਧਰਮ ਹੈ, ਜਿੱਥੇ ਮਾਨਵਤਾ ਨੂੰ ਲੋੜ ਪੈਂਦੀ ਹੈ ਸਿੱਖ ਧਰਮ ਮੂਹਰੇ ਪਹੁੰਚਦਾ। ਹੁਣ ਕਰੋਨਾ ਦੇ ਦਿਨਾਂ 'ਚ ਸਭ ਤੋਂ ਵੱਧ ਸਿੱਖਾਂ ਨੇ ਸੇਵਾ ਕੀਤੀ, ਇਹਨਾਂ ਨੇ ਸਾਡਾ ਇਤਿਹਾਸ ਗੰਧਲਾ ਕਰਤਾ। ਉਹ ਖੂਹ ਵਿੱਚੋਂ ਜਿੱਥੋਂ ਮਹਾਰਾਜਾ ਰੁਪਦਮਨ ਸਿੰਘ ਰੋਜ਼ ਪਾਣੀ ਮੰਗਵਾਉਂਦਾ ਹੁੰਦਾ ਸੀ, ਨਾਭੇ ਵਾਲਾ ਰਾਜਾ, ਉਹਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ, ਮੀਟ ਦੇ ਟੁਕੜੇ। ਫਿਰ ਮੇਰੀ ਜ਼ੁਬਾਨ ਗੰਦਲਦੀ ਹੈ, ਕੋੜੀ ਜਾਵੇ, ਤੁਹਾਡੇ ਕੰਨ ਨਹੀਂ ਸੁਣ ਸਕਣਗੇ, ਵਰਤੇ ਵੇ ਕੰਡੋਮ ਨਿਕਲੇ। ਇਹ ਬੇੜਾ ਬਹਿ ਜਾਏ ਇਹਨਾਂ ਲੋਕਾਂ ਦਾ, ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਤੇ ਉਹਨਾਂ ਦਾ ਜਿਹੜੇ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ, ਇਹਨਾਂ ਨੂੰ ਬਚਾਉਂਦੇ ਆ। ਅੱਜ ਸਾਡੀ ਮੰਗ ਹੈ ਬਾਈ 295 ਏ ਅਸੀਂ ਇਹਨਾਂ 'ਤੇ ਲਵਾਤੀ ਹੈ। ਪ੍ਰਸ਼ਾਸਨ ਦਾ ਧੰਨਵਾਦ ਹੈ, ਸਾਡੇ ਇੰਸਪੈਕਟਰ ਰਜੇਸ਼ ਕੁਮਾਰ ਦਾ ਧੰਨਵਾਦ ਹੈ, 295 ਲਵਾਤੀ ਹੈ। ਫਲਾਈਂਗ ਵਾਲੇ ਅਫਸਰ ਅਸੀਂ ਬੰਨੇ ਹੋਏ ਹੈ। ਹੁਣ ਇਹ ਐਸਜੀਪੀਸੀ ਮੁਲਾਜ਼ਮਾਂ ਦੀ ਕਰਤੂਤ ਆ। ਮਾਤਾ ਨੇ ਜੋ ਗੱਲਾਂ ਕਹੀਆਂ, ਇੱਕ ਇੱਕ ਗੱਲ ਮਾਤਾ ਦੀ 16 ਆਨੇ ਸੱਚ ਸੀ। ਤੁਹਾਨੂੰ ਵੀ ਸੁਣ ਕੇ ਹੈਰਾਨੀ ਹੋਈ ਹੋਊਗੀ ਕਿ ਅਜਿਹੇ ਇਤਿਹਾਸਿਕ ਸਥਾਨ 'ਤੇ ਅਜਿਹੇ ਪਾਕ ਖੂਹ ਦੇ ਵਿੱਚੋਂ ਅਜਿਹਾ ਗੰਦ ਨਿਕਲਣਾ ਸਾਡੇ ਵਾਸਤੇ ਡੁੱਬ ਕੇ ਮਰ ਜਾਣ ਵਾਲੀ ਗੱਲ ਹੈ। ਤੇ ਹੁਣ ਐਸਜੀਪੀਸੀ ਦੇ ਉੱਚ ਅਧਿਕਾਰੀ ਦੱਸਣ ਕਿ 295 ਇਹ ਜਦੋਂ ਤੁਹਾਡੇ ਮੁਲਾਜ਼ਮਾਂ 'ਤੇ ਲੱਗੀ ਸੀ ਤਾਂ ਤੁਸੀਂ ਫਿਰ ਉਹਨਾਂ ਦੀ ਕੀ ਪੈਰਵਾਈ ਕੀਤੀ, ਤੇ ਹੁਣ ਇਹ ਮੁਲਾਜ਼ਮ ਕਿੱਥੇ ਨੇ? ਮੈਨੂੰ ਖੈਰ ਸੰਗਤ ਜੀ ਇਹ ਪਤਾ ਲੱਗਿਆ ਸੀ ਕਿ 2 ਮੁਲਾਜ਼ਮ ਜਿਹੜੇ ਮੇਨ ਮਤਲਬ ਜਿਹਦੇ ਨਾਮ ਲਿੱਤੇ ਗਏ ਆ, ਮਤਲਬ ਸੁਖਮਿੰਦਰ ਸਿੰਘ ਤੇ ਗੁਰਬਾਜ ਸਿੰਘ, ਇਹ ਉਸ ਤੋਂ ਬਾਅਦ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਭੜਕ ਗਿਆ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਬਾਕੀ ਜਿਹਨਾਂ ਦੇ ਹੋਰ ਬੰਦੇ ਜਿਹੜੇ ਉੱਥੇ ਸੀਗੇ ਉਹ ਸਾਰੇ ਦੇ ਸਾਰੇ ਬੰਦੇ ਐਜ਼ ਇਟ ਐਜ਼ ਹੀ ਰਹੇ। ਇਵਨ ਮੈਨੇਜਰ ਵੀ ਹਲੇ ਤੱਕ ਉੱਥੇ ਹੀ ਆ, ਕੋਈ ਸੇਵਾ ਮੁਕਤ ਨਹੀਂ ਹੋਇਆ, ਮੈਨੇਜਰ ਦੀ ਬਸ ਬਦਲੀ ਕਰ ਦਿੱਤੀ ਗਈ। ਹੁਣ ਮੈਨੂੰ ਇਹ ਦੱਸੋ ਵੀ ਇਹ ਸਾਡੀ ਜਿਹੜੀ ਸਿਰਮੌਰ ਜਥੇਬੰਦੀ ਆ, ਇਸ ਸਿਰਮੌਰ ਜਥੇਬੰਦੀ ਦਾ ਆਪ ਫਰਜ਼ ਨਹੀਂ ਸੀ ਬਣਦਾ ਜੇ ਪਿੰਡ ਵਾਲਿਆਂ ਨੇ ਮੈਨੇਜਰ ਨੂੰ ਇਨਫੋਰਮ ਕਰਤਾ ਜਾਂ ਬੀਬੀ ਜਗੀਰ ਕੌਰ ਨੂੰ ਇਨਫੋਰਮ ਕਰਤਾ ਤੇ ਉਹ ਪਹਿਲਾਂ ਟਾਈਮ ਤੇ ਪਹੁੰਚਦੇ, ਉਸੇ ਵੇਲੇ ਰੰਗੇ ਹੱਥੀਂ ਉਹਨਾਂ ਨੂੰ ਫੜਦੇ। ਉਹ ਤਾਂ ਇਹਨਾਂ ਪਿੰਡ ਵਾਲਿਆਂ ਨੇ ਇਹ ਬੰਦੇ ਉਸੇ ਵੇਲੇ ਜਿਹੜੇ 2 ਕਰਪਟ ਸੀਗੇ ਆਪ ਹੀ ਕਮਰੇ 'ਚ ਸਾਰਾ ਦਾ ਸਾਰਾ ਸਟਾਫ ਡੱਕਤਾ, ਬੰਦ ਕਰਕੇ ਬਾਹਰ ਧਰਨਾ ਲਾ ਕੇ ਬੈਠੇ, ਤਾਂ ਇਹਨਾਂ ਦੀ ਜਾਨ ਨਿਕਲੀ, ਤਾਂ ਇਹ ਪਹੁੰਚੇ। ਪਿੰਡ ਵਾਲਿਆਂ ਨੇ ਆਪਣੇ ਪੱਧਰ ਦੇ ਉੱਤੇ ਪੁਲਿਸ ਸੱਦੀ ਸੀ, ਨਹੀਂ ਇਹਨਾਂ ਨੇ ਗੋਂਗਲਾਂ ਤੋਂ ਮਿੱਟੀ ਝਾੜਨੀ ਸੀ, ਜਾਂ ਨਹੀਂ ਤਾਂ ਇਹਨਾਂ ਦੇ ਸਾਰੇ ਕੇਸ ਉੱਦਾਂ ਹੀ ਦੱਬਣੇ ਸੀ ਜਿੱਦਾਂ ਆਪਣੀ ਫਲਾਈਂਗ ਦੀ ਟੀਮ ਭੇਜ ਕੇ ਤੇ ਆਪ ਹੀ ਕੇਸ ਬਣਾਉਂਦੇ ਨੇ, ਆਪ ਹੀ ਰਫਾ ਦਫਾ ਕਰਕੇ ਆਪ ਹੀ ਦੱਬ ਕੇ ਤੇ ਚੁੱਪ ਕਰਕੇ ਚਲੇ ਜਾਂਦੇ ਨੇ। ਹੁਣ ਤੁਸੀਂ ਦੱਸੋ ਵੀ ਇਹ ਧੱਜੀਆਂ ਨਹੀਂ ਹੈਗੀਆਂ ਉੱਡ ਰਹੀਆਂ? ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸਿੱਖ ਇਤਿਹਾਸਿਕ ਗੁਰੂ ਘਰ ਦੇ ਵਿੱਚ ਆਹ ਕਰਤੂਤਾਂ ਕੀਤੀਆਂ ਗਈਆਂ, ਉਹਨਾਂ ਦੇ ਉੱਤੇ 295 ਏ ਲੱਗੀ ਹੈ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਜਿਹੜੇ ਇਹਨਾਂ ਨੂੰ ਸ਼ੀਸ਼ਾ ਦਿਖਾਉਂਦੇ ਨੇ ਇਹ ਉਹਨਾਂ ਨੂੰ ਧਮਕੀਆਂ ਦਿੰਦੇ ਨੇ ਵੀ ਤੇਰੇ ਤੇ 295 ਏ ਲਾਤੀ, ਹੁਣ ਜ਼ੁਬਾਨ ਬੰਦ ਕਰ ਲਾ, ਤੈਨੂੰ ਘੜੀਸਾਂਗੇ। ਜਿਹਨਾਂ ਨੂੰ ਉਸ ਵੇਲੇ ਰੱਸੇ ਪਾ ਕੇ ਸੜਕ ਤੇ ਸੱਚੀ ਘੜੀਸਣਾ ਚਾਹੀਦਾ ਸੀਗਾ ਵੀ ਤੁਹਾਡੀ ਹਿੰਮਤ ਕਿੱਦਾਂ ਪੈ ਗਈ ਸਾਡੇ ਇਤਿਹਾਸਿਕ ਗੁਰੂ ਘਰ 'ਚ ਆਹ ਗੰਦ ਪਾਉਣ ਦੀ, ਉਹਨਾਂ ਨੂੰ ਤਾਂ ਇਹ ਸਰੋਪੇ ਦੇ ਕੇ ਸਨਮਾਨਿਤ ਕਰਦੇ ਨੇ, ਤਰੱਕੀਆਂ ਦਿੰਦੇ ਨੇ। ਹੈਲਪਰ ਆ, ਹੈਲਪਰ ਤੋਂ ਸਟੋਰ ਕੀਪਰ ਤੋਂ ਮੈਨੇਜਰ ਤੋਂ ਸਕੱਤਰ, ਆਹ ਕਰਤੂਤਾਂ। ਪ੍ਰਤਾਪ ਸਿੰਘ ਇਹਨਾਂ ਦਾ ਜਿਹੜਾ ਹੈਗਾ ਸਕੱਤਰ, ਉਹ ਸਾਹਮਣੇ ਜਿਉਂਦੀ ਜਾਗਦੀ ਐਗਜ਼ਾਮਪਲ ਆ, ਸੇਵਾਦਾਰ ਭਰਤੀ ਹੋਇਆ ਸੀ ਅੱਜ ਕਿੱਥੇ ਬੈਠਾ ਆ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇੰਨੇ ਇਹਨਾਂ ਦੇ ਮੈਨੇਜਰ ਗਿਣਾ ਦਿੱਤੇ ਆ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿੰਨੀਆਂ ਧੀਆਂ ਭੈਣਾਂ ਦੀਆਂ ਚੀਜ਼ ਤਾਂ ਤੁਹਾਨੂੰ ਹਿਸਟਰੀਜ਼ ਦੱਸ ਦਿੱਤੀਆਂ ਕਿ ਜਿਹਨਾਂ ਦੇ ਟੱਬਰ ਇਹਨਾਂ ਨੇ ਉਜਾੜੇ ਆ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹਨਾਂ ਤੋਂ ਅਗਰ ਅਸੀਂ ਇਸ ਦੇ ਨਾਲ ਜੁੜਿਆ ਹੋਇਆ ਸਵਾਲ ਕਰਦੇ ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਹ ਗੰਦ ਪਿਆ ਹੋਇਆ ਤੇ ਇਹ ਗੰਦ ਸਾਫ਼ ਕੀਤਾ ਜਾਵੇ, ਤਾਂ ਉਦੋਂ ਇਹਨਾਂ ਦੀ ਜਾਨ ਨਿਕਲ ਜਾਂਦੀ ਹੈ ਵੀ ਹੁਣ ਅਸੀਂ ਮੂੰਹ ਬੰਦ ਕਰੀਏ ਇਹਦਾ ਕਿਸੇ ਤਰੀਕੇ ਨਾਲ, ਬਾਏ ਹੁੱਕ ਔਰ ਬਾਏ ਕਰੁੱਕ ਕਿਸੇ ਨੂੰ ਵੀ ਖੜਾ ਕਰੀਏ ਸਾਹਮਣੇ। ਇਸ ਕਰਕੇ ਮੈਂ ਬਾਰ-ਬਾਰ ਕਹਿੰਦਾ ਪ੍ਰੋਗਰਾਮ ਚੱਲਦੇ ਨੂੰ ਤੁਸੀਂ ਸ਼ੇਅਰ ਕਰਿਆ ਕਰੋ, ਸ਼ੇਅਰ ਕਰਕੇ ਸਰਕਾਰਾਂ ਤੱਕ ਪਹੁੰਚਾਓ, ਉਹਨਾਂ ਪੁਲਿਸ ਅਧਿਕਾਰੀਆਂ ਤੱਕ, ਉਹਨਾਂ ਜੱਜਾਂ ਤੱਕ ਪਹੁੰਚਾਓ ਜਿਹੜੇ ਸੁਣਵਾਈਆਂ ਕਰ ਰਹੇ ਨੇ ਕੇਸਾਂ ਦੀਆਂ ਅਜਿਹੇ। ਪਰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਸਾਰੇ ਕੇਸ ਸਿਰਫ ਤੇ ਸਿਰਫ ਡੱਬਾ ਬੰਦ ਹੀ ਨੇ, ਜਿਹੜੇ ਮਰਜ਼ੀ ਚੱਲ ਜਾਣ। ਆ ਵੀ ਇਹਨਾਂ ਦਾ ਵੀ ਕੁਛ ਨਹੀਂ ਹੋਇਆ ਹੋਣਾ, ਉਹ ਤਾਂ ਮਤਲਬ ਪ੍ਰਾਈਵੇਟ ਪੁਲਿਸ ਬੁਲਾ ਲਈ ਸੰਗਤ ਨੇ ਤੇ ਤਾਂ ਕਰਕੇ ਇਹਨਾਂ ਨੂੰ ਉਦੋਂ 295 ਏ ਲੱਗ ਹੀ, ਨਹੀਂ ਤਾਂ ਇਹ ਤਾਂ ਕਿਸੇ ਉੱਤੇ ਕਾਰਵਾਈ ਕਰਵਾਉਂਦੇ ਹੀ ਨਹੀਂ ਐਸਜੀਪੀਸੀ ਵਾਲੇ। 295 ਏ ਦਾ ਜਿਹੜਾ ਪਰਚਾ ਇਹਨਾਂ ਦੇ ਹੋਇਆ 295 ਸੌਰੀ ਕਹਿ ਰਿਹਾ 328 ਸਰੂਪ ਜਿਹੜੇ ਗੁੰਮੇ ਨੇ, ਉਹਦੇ ਵਿੱਚ ਮੈਂ 20 ਵਾਰ ਕਿਹਾ ਆ ਵੀ ਜਿਹੜੇ ਬੰਦੇ ਕਰਪਟ ਸੀਗੇ ਉਹਨਾਂ ਦੇ ਉੱਤੇ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਕਰਵਾਈ, ਉਹਨਾਂ ਦੇ ਉੱਤੇ FIR ਕਿਉਂ ਨਹੀਂ ਕਰਵਾਈ? ਉਹਨਾਂ ਦੇ ਉੱਤੇ FIR ਇਸ ਕਰਕੇ ਨਹੀਂ ਕਰਵਾਈ ਕਿਉਂਕਿ ਦੇਖੋ 328 ਸਰੂਪ ਗੁੰਮਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਇਸ ਤੋਂ ਵੱਡੀ ਬੇਅਦਬੀ ਤਾਂ ਦੁਨੀਆ ਦੀ ਕੋਈ ਨਹੀਂ ਹੋ ਸਕਦੀ।
ਉਹਨਾਂ ਦੇ ਉੱਤੇ 295 ਏ ਦੀ ਧਾਰਾ ਬਣਦੀ ਸੀ ਨਾ, ਫਿਰ ਉਹਨਾਂ ਤੇ ਲਵਾਉਂਦੇ, ਇੱਕ ਵਾਰ ਲਗਾ ਕੇ ਦੇਖਦੀ ਤਾਂ ਸਹੀ ਐਸਜੀਪੀਸੀ, ਜਿਹਨਾਂ ਨੇ ਗੁੰਮ ਕੀਤੇ, ਜਿਹਨਾਂ ਦੇ ਉੱਤੇ ਇਲਜ਼ਾਮ ਸਾਬਿਤ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਸੰਗਤ ਜੀ ਇਹ ਉਹਨਾਂ ਤੇ ਲਾ ਹੀ ਨਹੀਂ ਸੀ ਸਕਦੇ, ਕਿਉਂਕਿ ਅਸਲ ਕਰਪਟ ਉਹ ਹੈ ਹੀ ਨਹੀਂ। ਉਹਨਾਂ ਦੇ ਉੱਤੇ ਅਗਰ FIR ਹੋ ਜਾਵੇ ਤਾਂ FIR ਪ੍ਰਾਈਵੇਟ ਮਤਲਬ ਪੁਲਿਸ ਨੇ ਫਿਰ ਇਨਕੁਆਇਰੀ ਕਰਨੀ, ਇਹਨਾਂ ਦੀ ਫਲਾਈਂਗ ਦੀ ਉੱਥੇ ਕੋਈ ਔਕਾਤ ਨਹੀਂ ਹੈਗੀ। ਫਿਰ ਪ੍ਰਾਈਵੇਟ ਪੁਲਿਸ ਇਨਕੁਆਇਰੀ ਕਰੂਗੀ ਤੇ ਉਹਨਾਂ ਨੇ ਮਤਲਬ ਧੁਰ ਤੋਂ ਧੁਰ ਤੱਕ ਜਾਣਾ ਆ। ਮਿੰਟ ਦੇ ਵਿੱਚ ਜਿਹੜੇ ਕਰਪਟ ਹੈਗੇ ਨੇ ਗਿੱਚੀ ਤੋਂ ਫੜ ਕੇ ਉਹਨਾਂ ਨੇ ਧਰੋਣਾ ਤੋਂ ਸਾਹਮਣੇ ਕਰ ਦੇਣੇ ਵੀ ਆਹ ਬੰਦੇ ਨੇ ਜੀ ਅਸਲ ਕਰਪਟ ਜਿਹੜੇ ਹੈਗੇ ਨੇ। ਉਹਦੇ ਜਵਾਬ ਨਹੀਂ ਹੈਗੇ ਇਹਨਾਂ ਕੋਲ। ਜੇ ਇਹਨਾਂ ਨੂੰ ਕਰਪਸ਼ਨ ਨਜ਼ਰ ਆਉਂਦੀ ਆ, ਜੇ ਬੇਅਦਬੀ ਹੁੰਦੀ ਨਜ਼ਰ ਆਉਂਦੀ ਹੈ, ਦਰਬਾਰ ਸਾਹਿਬ ਦੇ ਵਿੱਚ ਹੀ ਜਿੰਨੀਆਂ ਬੇਅਦਬੀਆਂ ਹੋ ਰਹੀਆਂ ਮੈਂ ਸਾਰੀਆਂ ਦੱਸ ਦਿੱਤੀਆਂ। ਜਰਦਾ ਤੰਬਾਕੂ ਦਿਖਾਈ ਦਿੱਤੇ ਢੇਰ ਅੰਦਰ ਲੱਗੇ ਹੋਏ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ। ਫਿਰ ਜਿਹੜੇ ਮੁਲਾਜ਼ਮ ਇਹਨਾਂ ਨੂੰ ਸ਼ੀਸ਼ਾ ਦਿਖਾਉਂਦੇ ਨੇ ਵੀ ਆਹ ਤੰਬਾਕੂ ਦੇ ਢੇਰ ਲੱਗੇ ਜੀ ਮੰਜੀ ਸਾਹਿਬ ਦੀਵਾਨ ਹਾਲ 'ਚ, ਵੀ ਜੁੱਤੀਆਂ ਅੰਦਰ ਦਰਬਾਰ ਸਾਹਿਬ ਸੱਚਖੰਡ ਦੇ ਅੰਦਰੋਂ ਘੁੰਮ ਕੇ ਆ ਜਾਂਦੀਆਂ ਨੇ, ਜੁੱਤੀਆਂ ਤੱਕ ਬੈਗਾਂ 'ਚ ਬਾਹਰ। ਉਹਨਾਂ ਨੂੰ ਚੱਕ ਕੇ ਇਹ ਫਰਕ ਕਰ ਦਿੰਦੇ ਨੇ ਵੀ ਚਾਓ ਜੀ ਹੁਣ ਤੁਸੀਂ ਦਫਾ ਹੋਵੋ, ਤੁਸੀਂ ਉਰੇ ਕੰਮ ਨਹੀਂ ਕਰ ਸਕਦੇ। ਧੱਜੀਆਂ ਉੱਡਣ ਤੋਂ ਮਰਿਆਦਾ ਦੀਆਂ ਮਾਨ ਦੀਆਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਾਦਰ ਤੁਸੀਂ ਆਪ ਕਰ ਰਹੇ ਹੋ। ਜਿੰਨਾ ਨਿਰਾਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਉੱਚ ਅਧਿਕਾਰੀ ਮੁਲਾਜ਼ਮ ਕਰ ਰਹੇ ਨੇ, ਉਹਨਾਂ ਸੰਗਤ ਜੀ ਕੋਈ ਨਹੀਂ ਕਰ ਰਿਹਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਜਿੰਨਾ ਨਿਰਾਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕਰ ਰਹੇ ਨੇ, ਚਾਹੇ ਮੈਂਬਰ ਹੋਣ, ਚਾਹੇ ਸਕੱਤਰ ਹੋਣ, ਚਾਹੇ ਮੈਨੇਜਰ ਹੋਣ, ਚਾਹੇ ਹੋਰ ਇਹਨਾਂ ਦੇ ਜਿਹੜੇ ਤਲਵੇ ਚੱਟ ਹੋਰ ਸੇਵਾਦਾਰ ਹੈਗੇ ਨੇ ਉਹ ਹੋਣ, ਉਸ ਤੋਂ ਵੱਧ ਨਿਰਾਦਰ ਕੋਈ ਨਹੀਂ ਕਰਦਾ। ਹੁਣ ਦੁਨੀਆ ਜਾਣ ਗਈ ਹੈ। ਤੁਸੀਂ ਦੂਜਿਆਂ ਨੂੰ ਕਹਿੰਦੇ ਸੀਗੇ ਨਾ ਵੀ ਜਿਹੜਾ ਬੋਲਦਾ ਸੀ ਲਓ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਬੋਲ ਗਿਆ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲ ਗਿਆ। ਸਾਨੂੰ ਬੋਲਣ ਦੀ ਲੋੜ ਨਹੀਂ। ਹੁਣ ਸੰਗਤ ਨੂੰ ਪਤਾ ਲੱਗ ਗਿਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀਆਂ ਧੱਜੀਆਂ ਕੌਣ ਉਡਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕਮੇਟੀ ਜਿਹੜੀ ਖੂਨ ਡੁੱਲਣ ਤੇ ਬਣੀ ਸੀ, ਉਹਦੀਆਂ ਧੱਜੀਆਂ ਕੌਣ ਉਡਾ ਰਿਹਾ ਹੈ? ਤੁਸੀਂ ਆਪ ਉਡਾ ਰਹੇ ਹੋ, ਪਰ ਤੁਹਾਡੇ ਕੋਲ ਜਵਾਬ ਨਹੀਂ ਹੈ। ਅੱਜ FIR ਕਰਵਾ ਕੇ ਦਿਖਾ ਦਿਓ 328 ਸਰੂਪਾਂ ਦੇ ਜਿਹੜੇ ਗੁਨੇਗਾਰ ਹੈਗੇ। ਅੱਜ ਮੈਂ ਕਹਿ ਰਿਹਾ FIR ਕਰਵਾ ਦਿਓ ਉਹਨਾਂ ਤੇ। ਨਹੀਂ ਕਰਵਾ ਸਕਦੇ। ਇਹ ਕਰਵਾਉਣ ਕੇ ਕਿੱਦਾਂ ਕਰਵਾਉਣਗੇ? ਇਹ ਕਰਵਾਉਣਗੇ ਤਾਂ ਫਸਣਗੇ, ਮਰਨਗੇ, ਪਤਾ ਹੈ ਜਾਂਚ ਹੋਊਗੀ। ਈਸ਼ਰ ਸਿੰਘ ਦੀ ਰਿਪੋਰਟ ਕਿਉਂ ਡਿਲੀਟ ਕੀਤੀ? ਬਹੁਤ ਸੱਚੇ ਸੀਗੇ, ਅਗਰ ਪਈ ਰਹਿੰਦੇ ਨੇ ਵੈਬਸਾਈਟ ਦੇ ਉੱਤੇ, ਕਿਉਂਕਿ ਸਿਰੇ ਤੋਂ ਸਿਰੇ ਤੱਕ ਉਹ ਝੂਠ ਦਾ ਪਲਿੰਦਾ ਸੀ। ਈਸ਼ਰ ਸਿੰਘ ਕਿੱਥੇ ਅੱਜ ਕੱਲ੍ਹ? ਦੋ ਬੀਬੀਆਂ ਸੀਗੀਆਂ ਉਹਦੇ ਨਾਲ, ਉਹ ਕਿੱਥੇ ਨੇ ਅੱਜ ਕੱਲ੍ਹ? ਬਸ ਖਾਨਾ ਪੂਰਤੀ ਕਰਨੀ ਸੀ ਫॉर द ਟਾਈਮ ਹੀ, ਮਤਲਬ ਸੰਗਤ ਦੀ ਅੱਖਾਂ 'ਚ ਘੱਟਾ ਪਾਉਣਾ ਸੀ। ਲਓ ਜੀ ਈਸ਼ਰ ਸਿੰਘ ਨੇ ਰਿਪੋਰਟ ਤਿਆਰ ਕਰਤੀ ਕਿ ਸਾਨੂੰ ਗੁਨੇਗਾਰ ਪਤਾ ਲੱਗ ਗਏ, ਮਤਲਬ ਵਿਚਾਰੇ ਗਰੀਬੜੇ ਚੱਕ ਕੇ ਉਹ ਤੁੰਨ ਤੇ 19 ਕੀ ਉਹਨਾਂ ਦੀ ਗਲਤੀ ਹੋਊਗੀ। ਇਹ ਨਹੀਂ ਕਹਿੰਦੇ ਵੀ ਉਹ ਦੁੱਧ ਦੇ ਧੁਲੇ ਹੋਣਗੇ, ਪਰ ਅਸਲ ਮੁਲਜ਼ਮ ਜਿਹੜੇ ਹੈਗੇ ਨੇ ਉਹ ਹਲੇ ਤੱਕ ਆਰਾਮ ਨਾਲ ਆਜ਼ਾਦ ਨੇ 328 ਸਰੂਪਾਂ ਦੇ ਵੀ ਸੰਗਤ ਜੀ। ਸੋ ਇਹਨਾਂ ਨੂੰ ਫਰਕ ਨਹੀਂ ਪੈਂਦਾ। ਖੈਰ ਅੱਗੇ ਆ ਜਾਂਦੇ ਹਾਂ ਜੀ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ, ਠੀਕ ਹੈ, ਉੱਥੇ ਮੈਡਮ ਕੰਮ ਕਰਦੀ ਹੈ, ਤੁਹਾਨੂੰ ਪਤਾ ਹੈ। ਬੇਦੀ ਸਾਹਿਬ ਵੀ ਸਾਰਾ ਕੁਝ ਦੱਸ ਕੇ ਗਏ ਸੀ। ਮੈਡਮ ਸੁਧਾ, ਤੇ ਮੈਡਮ ਸੁਧਾ ਮਤਲਬ ਉੱਥੇ ਕੰਮ ਕਰਦੀ ਹੈ। ਤੁਹਾਨੂੰ ਦੱਸਦੇ ਕਿ ਕੁਝ ਸਮਾਂ ਪਹਿਲਾਂ, ਮਤਲਬ ਜੁਡੀਸ਼ੀਅਲ ਕਮਿਸ਼ਨ ਤੋਂ ਆਉਣ ਤੋਂ ਪਹਿਲਾਂ, ਮਤਲਬ ਇਹ ਪੱਕੇ ਰਾਧਾ ਸੁਆਮੀ ਸਤਸੰਗ ਘਰ ਦੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਦੀ ਪ੍ਰੇਮਣ ਨੇ ਇਹ, ਮਤਲਬ ਪੂਰੀ ਤਰ੍ਹਾਂ ਨਾਲ ਇਹੀ ਵਰਡ ਮੈਂ ਵਰਤ ਸਕਦਾ। ਹੁਣ ਮੈਨੂੰ ਤਾਂ ਪਤਾ ਨਹੀਂ ਕਿ ਮਤਲਬ ਸਰਸੇ ਵਾਲਿਆਂ ਨਾਲ ਜੁੜੇ ਉਹਨਾਂ ਨੂੰ ਪ੍ਰੇਮੀ ਕਹਿੰਦੇ ਨੇ, ਰਾਧਾ ਸੁਆਮੀ ਘਰ ਦੇ ਨਾਲ ਜਿਹੜਾ ਜੁੜੇ ਹੋਏ ਨੇ ਉਹਨਾਂ ਨੂੰ ਕੀ ਕਹਿੰਦੇ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਇਹ ਮਤਲਬ ਇੱਕ ਸਮਾਂ ਸੀਗਾ ਜਦੋਂ ਮਤਲਬ ਆਪਣਾ ਇਹਨਾਂ ਦਾ ਉੱਥੇ ਘਰ-ਬਾਰ ਮਕਾਨ ਵਗੈਰਾ ਵੀ ਨਹੀਂ ਸੀਗਾ, ਪਰ ਜਦੋਂ ਦੇ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਇਹਨਾਂ ਨੂੰ ਨੌਕਰੀ ਮਿਲ ਗਈ, ਉੱਥੇ ਆ ਗਏ, ਉਸ ਤੋਂ ਬਾਅਦ ਹੌਲੀ ਸਭ ਕੁਛ ਬਣਨਾ ਸ਼ੁਰੂ ਹੋ ਗਿਆ। ਤੁਹਾਨੂੰ ਦੱਸਦਾ ਵੀ SGPC ਦੇ ਸਕੂਲ ਆ ਜਿਹੜਾ, ਠੀਕ ਹੈ ਜੀ, SGPC ਦੇ ਸਕੂਲ ਦੇ ਵਿੱਚ ਇਹਦਾ ਜਿਹੜਾ ਸਗਾ ਭਰਾ ਆ ਉਹ ਹੈਲਪਰ ਹੈ, ਰਾਕੇਸ਼ ਕੁਮਾਰ ਉਹਦਾ ਨਾਮ ਹੈ। ਉਹ ਵੀ ਬੇਦੀ ਸਾਹਿਬ ਦੱਸ ਕੇ ਗਏ ਸੀਗੇ। ਪਰ ਇਹ SGPC ਦੇ ਸਕੂਲ ਦੇ ਵਿੱਚ ਕੰਮ ਨਹੀਂ ਕਰਦਾ, ਇਹ ਜੁਡੀਸ਼ੀਅਲ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਹੀ ਰਹਿੰਦਾ ਹੈ ਆਪਣੀ ਭੈਣ ਦੇ ਨਾਲ, ਠੀਕ ਹੈ ਜੀ। ਤੇ ਦੂਸਰਾ ਇਹਦਾ ਜਿਹੜਾ ਭਰਾ ਹੈਗਾ ਆ ਮੈਡਮ ਦਾ, ਸੁਧਾ ਦਾ, ਰਾਕੇਸ਼ ਕੁਮਾਰ, ਇਹਦੀ ਜਿਹੜੀ ਪਤਨੀ ਹੈਗੀ ਹੈ ਛਾਟੇ ਦੇ ਕੋਲ ਸਕੂਲ SGPC ਦਾ, ਉੱਥੇ ਉਹ ਵੀ ਮੁਲਾਜ਼ਮ ਹੈ। ਹੁਣ ਅੱਗੇ ਤੁਹਾਨੂੰ ਦੱਸਦੇ ਆ ਵੀ ਇਹ ਸਾਰੀ ਗੇਮ ਜਿਹੜੀ ਹੈਗੀ ਹੈ ਇਹ ਹੈ ਕਿ ਜੁਡੀਸ਼ੀਅਲ ਕਮਿਸ਼ਨ ਵਾਲੀ, ਉੱਥੇ ਜੀ ਇੱਕ ਸਫਾਈ ਸੇਵਾਦਾਰ ਵੀ ਹੈਗਾ ਆ ਜੋ ਤਨਖਾਹ ਸਰਕਾਰ ਦੇ ਕੋਲੋਂ ਵੀ ਲੈਂਦਾ ਆ, ਜੁਡੀਸ਼ੀਅਲ ਕਮਿਸ਼ਨ ਵੱਲੋਂ ਵੀ, ਤੇ ਉਸ ਤੋਂ ਬਾਅਦ SGPC ਵੱਲੋਂ ਵੀ ਲੈਂਦਾ ਹੈ। ਅਗਰ ਸੰਗਤ ਜੀ ਮੈਂ ਪਹਿਲਾਂ ਵੀ ਕਿਹਾ ਕੋਈ ਵੀ ਪ੍ਰਾਈਵੇਟ ਗੁਰੂ ਘਰ ਦੇ ਵਿੱਚ ਕੋਈ ਵੀ ਪੰਗਾ ਪੈਂਦਾ ਹੈ, ਕਿਰਪਾ ਕਰਕੇ ਆਪਣੇ ਹਿਸਾਬ ਦੇ ਨਾਲ ਆਪਣੇ ਪੱਧਰ ਦੇ ਉੱਤੇ ਤੁਸੀਂ ਸੁਲਝਾ ਲਿਆ ਕਰੋ। SGPC ਤੱਕ ਜਾਂ ਜੁਡੀਸ਼ੀਅਲ ਕਮਿਸ਼ਨ ਤੱਕ ਨਾ ਪਹੁੰਚਿਆ ਕਰੋ, ਕਿਉਂਕਿ ਇਹ ਤੁਹਾਨੂੰ ਸਿਰਫ ਖਾਣ ਵਾਸਤੇ ਚਿਪਕਿਆ। ਤੇ ਬੜੀਆਂ ਕੰਪਲੇਂਟਸ ਮੇਰੇ ਕੋਲ ਪ੍ਰਾਈਵੇਟ ਗੁਰੂ ਘਰਾਂ ਦੀਆਂ ਆ ਵੀ ਚੁੱਕੀਆਂ ਨੇ। ਬਹੁਤ ਛੇਤੀ ਬੰਦੇ ਆ ਵੀ ਜਾਣਗੇ ਪ੍ਰਾਈਵੇਟ ਗੁਰੂ ਘਰਾਂ ਵਾਲੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕੇਸ ਚੱਲ ਰਹੇ ਨੇ, ਜਾਂ ਕਬਜ਼ਾ ਕਰ ਚੁੱਕੇ ਨੇ SGPC ਵਾਲੇ ਪ੍ਰਾਈਵੇਟ ਗੁਰੂ ਘਰਾਂ ਦੇ ਉੱਤੇ। ਇਹ ਕੀ ਕਰਦੇ ਨੇ, ਪ੍ਰਾਈਵੇਟ ਗੁਰੂ ਘਰਾਂ ਦੇ ਵਿੱਚ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਇਹ ਆਪਣਾ ਰਿਸੀਵਰ ਨਿਯੁਕਤ ਕਰ ਦਿੰਦੇ ਨੇ ਉੱਥੇ। ਮਤਲਬ
ਇੱਕ ਐਸਜੀਪੀਸੀ ਦੀ ਜਿਹੜੀ ਫਲਾਈਂਗ ਟੀਮ ਆ ਉਹਦਾ ਇੰਸਪੈਕਟਰ ਹੋਊਗਾ। ਜੇ ਜਦੋਂ ਵੀ ਗੋਲਕ ਵਗੈਰਾ ਗਿਣਾਣੀ ਆ, ਰਿਸੀਵਰ ਇੱਕ ਦੋ ਵਾਰ ਜਾ ਕੇ ਚੱਕਰ ਮਾਰ ਕੇ ਆਉਂਦਾ ਤੇ ਰਿਸੀਵਰ ਦੀ ਪੱਕੀ ਤਨਖਾਹ ਹੁੰਦੀ ਹੈ ਉਸ ਪ੍ਰਾਈਵੇਟ ਗੁਰੂ ਘਰ ਦੇ ਵੱਲੋਂ। ਠੀਕ ਹੈ ਜੀ। ਹੁਣ ਰਿਸੀਵਰ ਕੌਣ ਹੁੰਦੇ ਨੇ? ਸਭ ਤੋਂ ਵੱਡੀ ਗੱਲ, ਰਿਸੀਵਰ ਜਿਹੜੇ ਉੱਥੇ 2 ਜੱਜ ਬੈਠੇ ਹੋਏ ਨੇ ਜਾਂ ਜੱਜ ਦੇ ਨਾਲ ਜਿਹੜਾ ਤੇ ਇੱਕ ਸੈਕਟਰੀ। ਹੁਣ ਜਿਹੜੇ ਰਿਸੀਵਰ ਭੇਜ ਜਾਂਦੇ ਨੇ ਉਹ ਜੱਜਾਂ ਦੇ ਬੜੇ ਕਲੋਜ਼ ਹੁੰਦੇ ਨੇ ਜਾਂ ਸੈਕਟਰੀ ਦੇ ਬੜੇ ਕਲੋਜ਼ ਹੁੰਦੇ ਨੇ, ਕਿਉਂਕਿ ਉਹਨਾਂ ਨੇ ਜਾਣਾ ਆ, ਗੋਲਕਾਂ ਗਿਣਾਉਣੀਆਂ ਨੇ ਤੇ ਗੋਲਕਾਂ ਗਿਣਾਉਣ ਦੇ ਨਾਲ ਨਾਲ ਉੱਥੋਂ ਜੋ ਵੀ ਪੇਮੈਂਟ ਆਉਂਦੀ ਹੈ, ਮਤਲਬ ਮੋਟੇ ਤੌਰ 'ਤੇ ਦੱਸ ਦੇਣਾ ਵੀ ਸੰਗਤ ਨੇ ਜੋ ਚੀਜ਼ ਮੈਨੂੰ ਦੱਸੀ ਹੈ ਵੀ ਇਹ ਤਾਂ ਮਤਲਬ ਜਿਹੜੇ ਰਿਸੀਵਰ ਨੇ ਉਹ ਤਾਂ ਜਾਂਦੇ ਨੇ, ਉਹ ਤਾਂ ਮਹੀਨੇ ਬੱਧੀ ਜੋ ਵੀ ਲੈ ਕੇ ਆਉਣਾ ਹੀ ਆਉਣਾ। ਉਸ ਤੋਂ ਬਾਅਦ ਸੁਧਾ ਮੈਡਮ ਦਾ ਜਿਹੜਾ ਭਰਾ ਆ ਰਕੇਸ਼ ਕੁਮਾਰ, ਇਹ ਵੀ ਉਹਨਾਂ ਦੇ ਨਾਲ ਜਾਂਦਾ ਹੀ ਜਾਂਦਾ ਆ। ਹਰ ਗੁਰੂ ਘਰ ਪ੍ਰਾਈਵੇਟ ਜਿਹੜਾ ਹੈਗਾ ਰਜਿਸਟਰ ਦੇ ਉੱਤੇ ਬਕਾਇਦਾ ਬਾਈ ਨੇਮ ਲਿਖਿਆ ਹੋਇਆ। ਅਗਰ ਉੱਥੇ 1 ਦਿਨ ਰੁਕਦੇ ਆ ਤਾਂ 1000 ਰੁਪਇਆ ਇਹ ਲੈ ਕੇ ਆਉਂਦਾ, 2 ਦਿਨ ਰੁਕਦਾ 2000 ਲੈ ਕੇ ਆਉਂਦਾ, 3 ਦਿਨ ਰੁਕਦਾ 3000 ਲੈ ਕੇ ਆਉਂਦਾ। ਕਾਹਦਾ ਲੈ ਕੇ ਆਉਂਦਾ ਪਤਾ ਨਹੀਂ ਜੀ। ਗੋਲਕ ਗਿਣਨੀ ਹੁੰਦੀ ਹੈ, ਕੁਛ ਵੀ ਕਰਨਾ ਹੁੰਦਾ ਹੈ ਤੇ ਇਹ ਰਿਸੀਵਰਸ ਦੇ ਨਾਲ ਜਾਂਦਾ ਹੀ ਜਾਂਦਾ ਹਰ ਗੁਰੂ ਘਰ ਦੇ ਵਿੱਚ। ਕਿਹੜੀ ਡਿਊਟੀ ਹੈ, ਇਹ ਕਿਹੜਾ ਅਹੁਦਾ ਹੈ ਇਹਦਾ, ਉਹ ਦੱਸਿਆ ਜਾਵੇ ਤੇ ਐਸਜੀਪੀਸੀ ਦਾ EMPLOYE ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਕੀ ਕਰ ਰਿਹਾ ਉਹ ਵੀ ਸਾਫ਼ ਕੀਤਾ ਜਾਵੇ। ਹੋਰ ਮੈਂ ਤੁਹਾਨੂੰ ਦੱਸਦਾ ਵੀ ਵੀਰਵਾਰ ਤੇ ਸਿਰਫ ਸ਼ੁੱਕਰਵਾਰ ਜੁਡੀਸ਼ੀਅਲ ਕਮਿਸ਼ਨ ਬੈਠਦਾ ਆ, 2 ਦਿਨ ਹੀ ਚੱਲਦਾ ਆ, ਬਾਕੀ ਦਿਨ ਬੰਦ ਹੁੰਦਾ। ਤੇ ਬਾਕੀ ਇਹਨਾਂ ਦੇ ਉੱਤੇ ਆ ਵੀ ਇਹਨਾਂ ਦੇ ਜਿਹੜੇ ਜੱਜ ਹੋ ਗਏ ਜਾਂ ਦੂਜਾ ਸੈਕਟਰੀ ਹੋ ਗਿਆ, ਉਹ ਅਗਰ ਆਉਂਦੇ ਨੇ ਉਸ ਹਿਸਾਬ ਦੇ ਨਾਲ ਇਹ ਦਿਨ ਅੱਗੇ ਪਿੱਛੇ ਵੀ ਕਰ ਸਕਦੇ ਨੇ, ਚੇਅਰਮੈਨ ਸੌਰੀ। ਠੀਕ ਹੈ, ਪਰ ਇਹ ਜਿਹੜੀਆਂ ਚੀਜ਼ਾਂ ਨੇ ਸੰਗਤ ਜੀ, ਇਹ ਸਾਨੂੰ ਆਪ ਸੋਚਣੀਆਂ ਪੈਣਗੀਆਂ, ਸਾਨੂੰ ਆਪ ਸੋਚਣੀਆਂ ਪੈਣੀਆਂ ਨੇ। ਇਹ ਮੈਡਮ ਜਿਹੜੀ ਹੈਗੀ ਆ, ਮੈਂ ਬੇਨਤੀ ਜ਼ਰੂਰ ਕਰਾਂਗਾ ਸੰਗਤ ਨੂੰ ਵੀ ਇਸ ਮੈਡਮ ਦੇ ਬਾਰੇ ਵੀ RTI ਪਾ ਕੇ ਇਹ ਜਾਂਚ ਕਰਵਾਈ ਜਾਵੇ ਕਦੋਂ ਤੋਂ ਇਸ ਮੈਡਮ ਨੇ ਜੁਆਇਨ ਕੀਤਾ ਜੁਡੀਸ਼ੀਅਲ ਕਮਿਸ਼ਨ, ਤੇ ਇਸ ਦੇ ਉੱਤੇ ਵੀ CBI ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਉਸ ਤੋਂ ਪਹਿਲਾਂ ਇਹਨਾਂ ਕੋਲ ਕੀ ਪ੍ਰਾਪਰਟੀ ਸੀ, ਕੀ ਸੰਪत्ति ਸੀ ਤੇ ਅੱਜ ਕੀ ਹੈ। ਕਿਉਂਕਿ ਬਹੁਤ ਕਨਫਰਮ ਇਹ ਇਨਫੋਰਮੇਸ਼ਨ ਹੈ ਵੀ ਇੱਕ ਸਮਾਂ ਸੀਗਾ ਕਿ ਆਪਣੀ ਛੱਤ ਵੀ ਨਹੀਂ ਸੀ ਹੁੰਦੀ ਗੁਰੂ ਘਰ ਦੇ ਨੇੜੇ। ਇਹ ਸ਼ਾਇਦ ਜਦੋਂ ਮੱਸਿਆ ਹੋਵੇ ਜਾਂ ਪੁੰਨਿਆ ਹੋਵੇ, ਸੰਗਰਾਂਦ ਹੋਵੇ, ਉਦੋਂ ਦੁਕਾਨ ਸਟਾਲ ਜਿੱਦਾਂ ਲਾਈਦਾ ਹੁੰਦਾ ਉਹਦਾ ਕੱਪੜੇ ਵਗੈਰਾ ਜਾਂ ਕੁਛ ਰੈਡੀਮੇਡ ਗਾਰਮੈਂਟਸ ਵੇਚਦੇ ਹੁੰਦੇ ਸੀ। ਅੱਜ ਵੀ ਮੈਡਮ ਦੀ ਰੈਡੀਮੇਡ ਗਾਰਮੈਂਟਸ ਦਾ ਕੰਮ ਹੈਗਾ ਆ ਰੈਡੀਮੇਡ ਦਾ, ਤੇ ਉਹ ਬਾਕੀ ਦੇ 5 ਦਿਨ ਉੱਧਰ ਹੀ ਹੁੰਦੇ ਨੇ, ਇਹ 2 ਦਿਨ ਜੁਡੀਸ਼ੀਅਲ ਕਮਿਸ਼ਨ ਆਉਣਾ ਵੀ। ਖੈਰ ਕਿਸੇ ਦੇ ਪਰਸਨਲ ਕੰਮ ਤੋਂ ਸਾਨੂੰ ਕੋਈ ਮਤਲਬ ਨਹੀਂ ਹੈਗਾ, ਪਰ ਜੁਡੀਸ਼ੀਅਲ ਕਮਿਸ਼ਨ ਦੇ ਨਾਲ ਸਾਨੂੰ ਜ਼ਰੂਰ ਮਤਲਬ ਹੈ। ਅਗਰ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਵੀ ਇਹ ਧਾਂਦਲੀ ਚੱਲ ਰਹੀ ਹੈ, ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਗੋਲਕਾ ਗਨਵਾਉਂਦੇ ਨੇ ਤੇ ਅਗਰ ਮੋਟਾ ਪੈਸਾ ਉੱਥੋਂ ਲੈ ਕੇ ਆਉਂਦੇ ਨੇ, ਉਸ ਤੋਂ ਬਾਅਦ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਵਾਂ ਹੀ ਐਕਟ ਬਣਾ ਲਿਆ ਆਪਣੇ ਵੱਲੋਂ, ਮੈਨੂੰ ਨਹੀਂ ਲੱਗਦਾ ਕਿ 1925 ਐਕਟ ਦੇ ਵਿੱਚ ਇਹ ਚੀਜ਼ ਹੈਗੀ ਹੈ ਵੀ ਕਿਸੇ ਵੀ ਪ੍ਰਾਈਵੇਟ ਗੁਰੂ ਘਰ ਦੀ ਜੇ ਗੋਲਕ 50 ਲੱਖ ਤੋਂ ਉੱਤੇ ਆ ਤਾਂ ਇਹ ਸੈਂਟਰ ਸਰਕਾਰ ਦੇ ਅੱਗੇ ਜਾ ਕੇ ਇਹ ਦਰਖਾਸਤ ਦੇਣਗੇ ਕਿ ਹਾਂ ਹੁਣ ਗੁਰੂ ਘਰ ਸਾਡੇ ਅਧੀਨ ਆਉਣਾ ਚਾਹੀਦਾ। ਕਿਉਂ ਆਉਣਾ ਚਾਹੀਦਾ? ਰੀਜ਼ਨ ਉਹਦਾ 1925 ਐਕਟ ਦੇ ਅੰਦਰ ਇਹ ਲਿਖਿਆ ਵੀ ਤੁਸੀਂ ਸਾਡੀਆਂ ਪੁਰਾਣੀਆਂ ਪ੍ਰਾਪਰਟੀਜ਼ 52 ਕਿੱਲੇ 1 ਟੱਕ ਕਿਸੇ ਨੂੰ ਵੀ ਵੇਚ ਦੋਗੇ, ਕਿਸੇ ਨੂੰ ਵੀ ਦੇ ਦੋਗੇ, ਟੁੱਟਵੀਂ ਜ਼ਮੀਨ ਲੈ ਲਓਗੇ। ਦੱਸੋ ਫਿਰ ਇਹ ਆਫਰ ਤੁਸੀਂ ਆਮ ਸੰਗਤ ਨੂੰ ਵੀ ਦੇ ਸਕਦੇ ਹੋ। ਦੂਸਰਾ, ਤੁਸੀਂ ਬੋਲੀ ਕਿਉਂ ਨਹੀਂ ਕਰਵਾਉਂਦੇ ਜ਼ਮੀਨਾਂ ਦੀ? ਜਦੋਂ ਤੁਸੀਂ ਠੇਕੇ 'ਤੇ ਚਾੜ੍ਹਨੀਆਂ ਹੁੰਦੀਆਂ ਨੇ ਤੁਸੀਂ ਉਹਦੇ ਟੈਂਡਰ ਕਿਉਂ ਨਹੀਂ ਪਾਉਂਦੇ? ਤੁਸੀਂ ਕੱਢਦੇ ਕਿਉਂ ਨਹੀਂ ਇਹ ਚੀਜ਼ਾਂ? ਜਦੋਂ ਤੁਸੀਂ ਕੋਈ ਚੀਜ਼ ਖਰੀਦਣੀ ਹੁੰਦੀ ਹੈ ਤੁਸੀਂ ਉਹਦੇ ਟੈਂਡਰ ਤੁਸੀਂ ਓਪਨ ਟੈਂਡਰ ਕਿਉਂ ਨਹੀਂ ਕਰਦੇ ਉਹਦੇ, ਕਿ ਸੰਗਤ ਪੰਜਾਬ ਦੀ ਆ ਕੇ ਉਸ ਦੇ ਵਿੱਚ ਯੋਗਦਾਨ ਪਾ ਸਕੇ? ਚੁੱਪ-ਚਾਪ ਉਹ ਟੈਂਡਰ ਤੁਸੀਂ ਫਾਈਲਾਂ 'ਚ ਬੰਦ ਕਰਕੇ ਕਿਉਂ ਦਿੱਲੀ ਨੂੰ ਤੁਰ ਜਾਂਦੇ ਹੋ, ਪੂਨੇ ਨੂੰ ਤੁਰ ਜਾਂਦੇ ਹੋ, UP ਨੂੰ ਤੁਰ ਜਾਂਦੇ ਹੋ? ਓਪਨ ਟੈਂਡਰ ਇੱਕ ਵਾਰ ਪਾਓ, ਨਿਊਜ਼ਪੇਪਰਸ ਦੇ ਵਿੱਚ ਦਿਓ ਵੀ ਗੁਰੂ ਘਰਾਂ ਨੂੰ ਆਹ ਚੀਜ਼ ਦੀ ਲੋੜ ਹੈ, ਸ਼੍ਰੀ ਦਰਬਾਰ ਸਾਹਿਬ ਵੱਲੋਂ ਆਹ ਟੈਂਡਰ ਜਾਰੀ ਕੀਤੇ ਗਏ ਨੇ, ਆਓ ਬੋਲੀ ਲਾਓ। ਤੁਸੀਂ ਕਿਹੜਾ ਘੱਟ ਲਾਉਂਦਾ, ਕਿਹੜਾ ਵੱਧ ਲਾਉਂਦਾ ਹੈ? ਆਪਣੀਆਂ ਲਿਸਟਾਂ ਤੁਸੀਂ ਮੰਗਵਾਓ ਨਾ, ਦੂਜਿਆਂ ਤੋਂ ਸਾਰਿਆਂ ਤੋਂ ਕੋਟੇਸ਼ਨਸ ਮੰਗਵਾਓ, ਕਲੀਅਰ ਹੋ ਜਾਊਗਾ। ਪਰ ਅਸੀਂ ਕੋਟੇਸ਼ਨਸ ਕਿੱਦਾਂ ਮੰਗਵਾ ਲਈਏ? ਓਪਨ ਟੈਂਡਰ ਕਿੱਦਾਂ ਪਾ ਦਈਏ? ਕਰੋੜਾਂ ਰੁਪਈਆ ਜਿਹੜਾ ਸਾਡੀ ਜੇਬ 'ਚ ਆਉਂਦਾ ਹੈ ਉਹ ਫਿਰ ਆਉਣਾ ਬੰਦ ਹੋ ਜਾਣਾ ਹੈ। ਅਸੀਂ ਖਾਵਾਂਗੇ ਕਿੱਦਾਂ? ਹੁਣ ਤਾਂ ਚਾਹੇ ਲੱਕੜ ਹੋਵੇ, ਬਾਲਣ ਹੋਵੇ, ਚਾਹੇ ਰਾਸ਼ਨ ਹੋਵੇ, ਚਾਹੇ ਦਾਲਾਂ ਹੋਣ, ਚਾਹੇ ਚੌਲ ਹੋਵੇ, ਚਾਹੇ ਝੋਨਾ, ਚਾਹੇ ਕਣਕ ਹੋਵੇ, ਹਰ ਚੀਜ਼ ਦੇ ਵਿੱਚ ਅਸੀਂ ਖਾਂਦੇ ਹਾਂ। ਰੁਮਾਲੇ ਚੰਦੋਏ ਤੱਕ ਅਸੀਂ ਛੱਡੇ ਨਹੀਂ ਹੈਗੇ, ਗਲੀਚੇ ਤੱਕ ਅਸੀਂ ਛੱਡੇ ਨਹੀਂ ਹੈਗੇ। ਗੁਰਦੁਆਰੇ 'ਚ ਆਉਣ ਗਲੀਚੇ ਨਾ ਆਉਣ, ਕਾਰਪੇਟ ਆਉਣ ਨਾ ਆਉਣ, ਬਿੱਲ ਪੈ ਜਾਂਦੇ ਨੇ ਉਹਨਾਂ ਨੂੰ ਬਦਲ ਕੇ ਬਸ। ਅਤੇ ਜੇ ਕੋਈ ਮਹਿੰਗੀ ਮੋਟੀ ਰਸਦ ਆ ਜਾਵੇ ਤਾਂ ਉਹ ਵੀ ਗੱਡੀਆਂ ਭਰ ਕੇ ਦੂਹੋ ਦੂ ਨਿਕਲ ਜਾਂਦੀਆਂ ਨੇ। ਮੰਡ ਦਾ ਮੈਨੂੰ ਪਤਾ ਲੱਗਿਆ ਸੀਗਾ, ਮੰਡ ਨੇ ਤਾਂ ਮਤਲਬ ਜਦੋਂ ਸ਼ਹੀਦਾਂ ਸਾਹਿਬ ਤੋਂ ਦਰਬਾਰ ਸਾਹਿਬ ਗਿਆ ਆ ਅਤੇ ਦਰਬਾਰ ਸਾਹਿਬ ਦੇ ਵਿੱਚ ਹੀ ਮੰਡ ਨੇ ਬਹੁਤ ਢੋਈਆਂ ਗੱਡੀਆਂ ਭਰ ਕੇ ਲੰਗਰ ਤੋਂ। ਇੱਥੋਂ ਤੱਕ ਕਿ ਸੰਗਤ ਜੀ ਮੰਡ ਦੇ ਘਰੇ ਦਰਬਾਰ ਸਾਹਿਬ ਲੰਗਰ ਤੋਂ ਸਪੈਸ਼ਲੀ ਸਬਜ਼ੀ ਬਣ ਕੇ ਅਤੇ ਸਪੈਸ਼ਲ ਪ੍ਰਸ਼ਾਦੇ ਉੱਤਰ ਕੇ ਪੈਕ ਹੋ ਕੇ ਜਾਂਦੇ ਸੀ। ਕਨਫਰਮ ਹੈ। ਧਾਮੀ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਉਹ ਵਿਚਾਰਿਆਂ ਨੂੰ ਤਾਂ ਉਹ ਬਿਜ਼ੀ ਬਹੁਤ ਨੇ, ਉਹਨਾਂ ਦਾ ਧਿਆਨ ਹੀ ਨਹੀਂ ਹੈਗਾ। ਉਹ ਇੰਨਾ ਵੱਡਾ ਅਦਾਰਾ ਕਿੱਦਾਂ ਸਾਂਭ ਸਕਦੇ ਨੇ? ਇੱਡਾ ਵੱਡਾ ਅਦਾਰਾ ਕਿਹਦੇ ਉੱਤੇ ਅੱਖ ਰੱਖ ਲੈਣਗੇ? ਇਹੀ ਹੈ ਨਾ। ਪਰ ਇੰਨੇ ਵੱਡੇ ਅਦਾਰੇ ਤੋਂ ਮੈਂ ਇਹੀ ਸਵਾਲ ਜਿਹੜੇ ਪਹਿਲਾਂ ਕੀਤੇ ਨੇ ਉਹੀ ਸਵਾਲ ਮੈਂ ਪੁੱਛਦਾ ਅਤੇ ਉਹੀ ਸਵਾਲ ਬਾਰ-ਬਾਰ ਪੁੱਛਦਾ ਰਹਾਂਗਾ ਕਿ ਜਿਹੜੇ
ਘਪਲੇ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਜਿਹੜੇ ਕਰਪਟ ਬੰਦੇ ਬਿਠਾਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਉਹਨਾਂ ਨੂੰ ਬਾਹਰ ਦਾ ਰਸਤਾ ਤੁਸੀਂ ਕਦੋਂ ਦਿਖਾਓਗੇ? ਜੇ ਤੁਸੀਂ ਬਾਹਰ ਦਾ ਰਸਤਾ ਨਹੀਂ ਦਿਖਾਦੇ ਤਾਂ ਮੈਂ ਸੰਗਤ ਜੀ ਦੇ ਅੱਗੇ, ਸੰਗਤ ਜੀ ਇੱਕੋ ਹੀ ਬੇਨਤੀ ਤੁਹਾਡੇ ਅੱਗੇ ਕਰਦਾ ਆ ਵੀ ਆਪਣੀਆਂ ਤੁਸੀਂ ਵੋਟਾਂ ਬਣਵਾਉਣੀਆਂ ਸ਼ੁਰੂ ਕਰੋ। ਭਾਈ ਰਣਜੀਤ ਸਿੰਘ ਜੀ ਵਰਗੇ ਜਥੇਦਾਰ ਸਾਡੇ ਕੋਲ ਹੈਗੇ ਆ। ਅਸੀਂ ਬਿਕਾਜ਼ ਬਹੁਤ ਲੋਕ ਭਾਈ ਰਣਜੀਤ ਸਿੰਘ ਜੀ ਉੱਤੇ ਵੀ ਉਂਗਲਾਂ ਚੱਕਦੇ ਨੇ ਕਿ ਉਹਨਾਂ ਦਾ ਬੀਜੇਪੀ ਦੇ ਨਾਲ ਲਿੰਕ ਹੈਗਾ ਆ, ਉਹਨਾਂ ਦਾ ਮਤਲਬ ਆਮ ਆਦਮੀ ਪਾਰਟੀ ਦੇ ਨਾਲ ਲਿੰਕ ਹੋ ਗਿਆ, ਉਹਨਾਂ ਦਾ ਕਾਂਗਰਸ ਨਾਲ ਲਿੰਕ ਹੋ ਗਿਆ, ਬੜੇ ਜਣੇ ਮੈਨੂੰ ਕਹਿੰਦੇ ਨੇ। ਪਰ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਜਦੋਂ ਵੀ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਮੈਂ ਬੋਲਦਿਆਂ ਹੋਇਆਂ ਸੁਣਦਾ ਹਾਂ ਤਾਂ ਉਸ ਇਨਸਾਨ ਦੇ ਚਿਹਰੇ ਤੋਂ, ਕਿਉਂਕਿ ਹਾਵ ਭਾਵ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਨਸਾਨ ਸੱਚ ਬੋਲਦਾ ਕਿ ਝੂਠ ਬੋਲਦਾ ਜਾਂ ਦਿਖਾਵਾ ਕਰ ਰਿਹਾ। ਮੈਨੂੰ ਉਹਨਾਂ ਦੀ ਬਾਡੀ ਲੈਂਗੁਏਜ ਤੇ ਉਹਨਾਂ ਦੀ ਬੋਲੇ ਹੋਏ ਸ਼ਬਦਾਂ ਦੇ ਵਿੱਚ ਕਿਤੇ ਝੂਠ ਨਹੀਂ ਨਜ਼ਰ ਆਉਂਦਾ, ਇੱਕ ਸੱਚਾਈ ਤੇ ਇਮਾਨਦਾਰੀ ਨਜ਼ਰ ਆਉਂਦੀ ਹੈ। ਹਾਂ, ਹੋ ਸਕਦਾ ਲਿੰਕ ਉਹਨਾਂ ਦੇ ਸਰਕਾਰਾਂ ਨਾਲ ਹੁਣ ਸਾਡੇ ਵੀ ਹੁੰਦੇ ਨੇ। ਹੁਣ ਅਗਰ ਮੇਰੇ ਉੱਤੇ ਇਹ 295 ਇਹਨਾਂ ਨੇ ਕਰਵਾਈ ਹੈ ਤਾਂ ਮੈਨੂੰ ਕਿੱਥੇ ਜਾਣਾ ਪੈਣਾ? ਮੈਨੂੰ ਸਰਕਾਰ ਦੇ ਕੋਲ ਹੀ ਜਾਣਾ ਪੈਣਾ ਹੈ, ਪੁਲਿਸ ਪ੍ਰਸ਼ਾਸਨ ਦੇ ਕੋਲ ਹੀ ਜਾਣਾ ਪੈਣਾ ਵੀ ਇਨਜਸਟਿਸ ਹੋ ਰਿਹਾ ਹੈ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਪੁਲਿਸ ਦੇ ਨਾਲ ਮੇਰੀ ਬੜੀ ਵਧੀਆ ਸਾਂਠ-ਗਾਂਠ ਆ ਜਾਂ ਆਮ ਆਦਮੀ ਪਾਰਟੀ ਦੇ ਨਾਲ ਮੇਰੀ ਬਹੁਤ ਵਧੀਆ ਸਾਂਠ-ਗਾਂਠ ਹੋ ਗਈ। ਸੈਂਟਰ ਤੱਕ, ਲਾਲਪੁਰੇ ਤੱਕ ਚਿੱਠੀਆਂ ਪਹੁੰਚ ਗਈਆਂ ਨੇ। ਜੇ ਕੱਲ੍ਹ ਨੂੰ ਸੈਂਟਰ ਦੀ ਇਨਕੁਆਇਰੀ ਆ ਜਾਂਦੀ ਹੈ ਮੇਰੇ ਤੋਂ, ਉਹ ਇਨਫੋਰਮੇਸ਼ਨ ਕੋਈ ਮੰਗਦੇ ਨੇ, ਚਾਂਸਿਸ ਹੈਗੇ ਨੇ ਉਸ ਚੀਜ਼ ਦੇ ਵੀ, ਤਾਂ ਇਹਦਾ ਮਤਲਬ ਇਹ ਥੋੜ੍ਹੀ ਆ ਮੇਰੇ ਸੈਂਟਰ ਦੇ ਨਾਲ ਲਿੰਕ ਹੋ ਗਈ। ਸੋ ਮੈਂ ਇਹ ਕਹਿ ਰਿਹਾ ਹਾਂ, ਕਿਸੇ ਦੇ ਉੱਤੇ ਵੀ ਲਾਂਛਨ ਲਾਉਣ ਤੋਂ ਪਹਿਲਾਂ ਉਹਦੇ ਰੀਜ਼ਨਸ ਪਿੱਛੇ ਦੇ ਦੇਖ ਲਿਆ ਕਰੋ ਕਿ ਹੈਗੇ ਆ। ਤੁਸੀਂ ਜੋ ਮਰਜ਼ੀ ਸੋਚੋ, ਮੈਂ ਤਾਂ ਇਹੀ ਹੈ, ਮੇਰਾ ਦਿਲ ਕਹਿੰਦਾ ਆ ਵੀ ਜਿਸ ਇਨਸਾਨ ਨੇ ਕਿਸੇ ਹੋਰ ਰੀਜ਼ਨ ਕਰਕੇ, ਮੈਂ ਭਾਈ ਰਣਜੀਤ ਸਿੰਘ ਜੀ ਦਾ ਸਾਥ ਨਹੀਂ ਦੇ ਰਿਹਾ, ਪਰ ਜਿਸ ਇਨਸਾਨ ਨੇ ਕੌਮ ਵਾਸਤੇ ਇੰਨਾ ਵੱਡਾ ਯੋਗਦਾਨ ਪਾਇਆ ਹੋਇਆ, ਨਰਕਧਾਰੀ ਨੂੰ ਜਿਹਨੇ ਸੋਧਾ ਲਾਇਆ, ਉਸ ਤੋਂ ਬਾਅਦ ਸਜ਼ਾ ਕੱਟੀ, ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ, ਉੱਥੇ ਦੀਆਂ ਕਰਪਸ਼ਨਸ ਦੇਖੀਆਂ ਅਤੇ ਉੱਥੋਂ ਸੇਵਾ ਮੁਕਤ ਹੁੰਦੇ ਹੀ ਇਹਨਾਂ ਦੇ ਖਿਲਾਫ ਜਿਹਨਾਂ ਨੇ ਮੁਹਿੰਮ ਵੱਢ ਦਿੱਤੀ, ਜਿਹਨਾਂ ਨੂੰ ਬੜਾ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਜੋ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਲਕੀਰ ਦੇ ਉੱਤੇ ਹੀ ਚੱਲਦੇ ਆ ਰਹੇ ਨੇ ਕਿ ਗੁਰੂ ਘਰਾਂ 'ਚੋਂ ਇਹ ਗੰਦ ਸਾਫ਼ ਕਰਨਾ। ਮੈਂ ਤਾਂ ਜੁਮਾ ਹਲੇ 2 ਮਹੀਨੇ ਹੋਏ ਆ, ਪਰ ਅਗਰ ਉਹ ਇੰਨੇ ਸਮੇਂ ਤੋਂ ਇਹ ਲਕੀਰ ਦੇ ਨਾਲ ਜੁੜੇ ਹੋਏ ਨੇ ਤਾਂ ਪਰਮਾਤਮਾ ਨੇ ਮੈਨੂੰ ਵੀ ਉਸ ਲਕੀਰ ਦੇ ਨਾਲ ਜੋੜ ਕੇ ਰੱਖਿਆ ਆ। ਅਕਾਲੀ ਪੰਥਕ ਲਹਿਰ ਜੋ ਇਹਨਾਂ ਨੇ ਸ਼ੁਰੂ ਕੀਤੀ ਸੀ, ਆਈ ਥਿੰਕ ਅਕਾਲੀ ਪੰਥਕ ਲਹਿਰ ਹੀ ਹੈ ਜੋ ਸੰਸਥਾ ਇਹਨਾਂ ਨੇ ਸ਼ੁਰੂ ਕੀਤੀ ਹੈ, ਉਸ ਦੇ ਵਿੱਚ ਅਕਾਲੀ ਪੰਥਕ ਲਹਿਰ ਦੀ ਜਿੱਦਣ ਮਤਲਬ ਕਹਿ ਸਕਦੇ ਹਾਂ ਜਿੱਦਣ ਉਦਘਾਟਨ ਹੋਇਆ ਸੀ ਜਾਂ ਜਿੱਦਾਂ ਨੀਂਹ ਰੱਖੀ ਗਈ ਸੀ, ਉਹ ਪਹਿਲੀ ਕਾਨਫਰੰਸ ਅਸੀਂ ਕਵਰ ਕੀਤੀ ਸੀ। ਗੁਰਬਾਣੀ ਅਖੰਡ ਬਾਣੀ ਵੱਲੋਂ ਪਹਿਲੀ ਕਾਨਫਰੰਸ ਕਵਰ ਕੀਤੀ ਗਈ ਸੀ ਜਿੱਦਣ ਅਕਾਲੀ ਪੰਥਕ ਲਹਿਰ ਦੀ ਨੀਂਹ ਰੱਖੀ ਗਈ ਸੀ। ਫਰਸਟ ਪ੍ਰੈਸ ਕਾਨਫਰੰਸ ਸੀ ਚੰਡੀਗੜ੍ਹ ਦੇ ਵਿੱਚ। ਉਸ ਤੋਂ ਬਾਅਦ ਦੂਸਰੀ ਕਾਨਫਰੰਸ ਦੇ ਵਿੱਚ ਵੀ ਸਾਡੀ ਟੀਮ ਸੀਗੀ ਨਾਲ, ਸਾਰੀ ਪ੍ਰੈਸ ਕਾਨਫਰੰਸ ਅਸੀਂ ਕਵਰ ਕੀਤੀ ਸੀ, ਤੀਜੀ ਵੀ ਚੌਥੀ ਵੀ। ਉਸ ਤੋਂ ਬਾਅਦ ਅਸੀਂ ਬਿਜ਼ੀ ਹੋ ਗਏ ਥੋੜ੍ਹਾ, ਉਸ ਤੋਂ ਬਾਅਦ ਅਸੀਂ ਨਹੀਂ ਕੀਤਾ। ਸ਼ੁਰੂਆਤ ਜਿੱਥੋਂ ਭਾਈ ਰਣਜੀਤ ਸਿੰਘ ਜੀ ਨੇ ਲੀਗਲੀ ਕੀਤੀ, ਇਹਨਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ, ਉਹਦੇ ਵਿੱਚ ਵੀ ਸਾਥ ਸੀ, ਪਰ ਮੈਨੂੰ ਨਹੀਂ ਸੀ ਪਤਾ ਵੀ ਮਤਲਬ ਡਾਇਰੈਕਟ ਵੇ ਅਸੀਂ ਇਨਡਾਇਰੈਕਟ ਵੇ ਟਰੈਕ ਇੱਕੋ ਹੀ ਹੈ ਸਾਡੇ। ਕਈ ਗੰਦ ਮੈਂ ਵੀ ਇਹ ਸਾਫ਼ ਕਰਨਾ ਚਾਹੁੰਦਾ ਸੀ ਅਤੇ ਉਹ ਵੀ ਇਸੇ ਗੰਦ ਨੂੰ ਸਾਫ਼ ਕਰਨ ਵਾਸਤੇ ਤੁਰੇ ਸੀਗੇ। ਇਸ ਲਈ ਮੇਰਾ ਦਿਲ ਇਹੀ ਕਹਿੰਦਾ ਆ ਵੀ ਜਿਸ ਇਨਸਾਨ ਨੇ ਕੌਮ ਵਾਸਤੇ ਇੰਨਾ ਕੁਛ ਕੀਤਾ ਹੋਵੇ, ਕੁਰਬਾਨੀ ਦਿੱਤੀ ਹੋਵੇ, ਜੇਲ੍ਹਾਂ ਭੁਗਤੀਆਂ ਹੋਣ, ਸਜ਼ਾ ਕੱਟੀ ਹੋਵੇ, ਉਹ ਇਨਸਾਨ ਕੌਮ ਨੂੰ ਕਦੇ ਧੋਖਾ ਨਹੀਂ ਦੇ ਸਕਦਾ। ਹਾਂ, ਸਮਝਦਾਰ ਇਨਸਾਨ ਲੋੜ ਪੈਣ 'ਤੇ ਗਧੇ ਨੂੰ ਵੀ ਪਿਓ ਬਣਾਉਂਦਾ ਆ। ਸਾਡਾ ਕੰਮ ਸਿੱਧਾ ਹੋਣਾ ਚਾਹੀਦਾ ਹੈ। ਉਹੀ ਮੈਂ ਵੀ ਤੁਹਾਨੂੰ ਸੰਗਤ ਜੀ ਕਹਿਣਾ ਆ ਵੀ ਇਸ ਵਾਰ ਉਹ ਨਹੀਂ ਹੈ ਕਿ ਖੜ ਦਿਮਾਗ ਜਿੱਦਾਂ ਕਹਿੰਦੇ ਨਹੀਂ ਜੀ ਅਸੀਂ ਤਾਂ ਸਿਰ ਦੇਣ ਨੂੰ ਤਿਆਰ ਹਾਂ, ਅਸੀਂ ਤਾਂ ਸਿਰ ਦੇਣ ਨੂੰ ਤਿਆਰ ਹਾਂ, ਅਸੀਂ ਤਾਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਲਓ ਜੀ ਉਹ ਮਾੜੇ ਕਿੱਦਾਂ ਹੋ ਗਏ, ਉਹਨਾਂ ਨੇ ਆਹ ਕਿੱਦਾਂ ਕਰਤਾ, ਉਹਨੇ ਬੇਅਦਬੀ ਕਰਤੀ, ਅਸੀਂ ਛੱਡਦੇ ਨਹੀਂ, ਅਸੀਂ ਝਟਕਾ ਦੇਣਾ। ਇਹੀ ਬਹੁਤ ਸਾਰੇ ਸਾਡੇ ਆਪਣੇ ਗਾਤਰਿਆਂ ਚੋਣਿਆਂ ਵਾਲੇ ਇਹੀ ਚਾਹੁੰਦੇ ਨੇ ਵੀ ਨੌਜਵਾਨੀ ਨੂੰ ਭੜਕਾਇਆ ਜਾਵੇ, ਪੁੱਠੇ ਰਾਹ ਪਾਇਆ ਜਾਵੇ, ਕਿਸੇ ਹੋਰ ਪਾਸੇ ਲਾਇਆ ਜਾਵੇ, ਜਿਹਨਾਂ ਦੇ ਜ਼ਮੀਰ ਜਾਗਦੇ ਨੇ ਉਹਨਾਂ ਨੂੰ ਚੁਕਵਾ ਕੇ ਜੇਲ੍ਹਾਂ 'ਚ ਸੁਟਵਾਇਆ ਜਾਵੇ। ਇਸ ਲਈ ਬਾਰ-ਬਾਰ ਮੈਂ ਕਹਿੰਦਾ ਹੁੰਦਾ, ਭਰਾਵੋ ਆਪਣੀ ਹਿੰਮਤ, ਆਪਣਾ ਜਜ਼ਬਾ, ਆਪਣਾ ਹੌਸਲਾ ਸਭ ਕੁਝ ਬੁਲੰਦ ਆ, ਪਰ ਸਹਿਜਤਾ ਦੇ ਨਾਲ। ਇਸ ਵਾਰ ਅਸੀਂ ਦੇਣੇ ਨਹੀਂ ਹੈਗੇ, ਵਰਤਣੇ ਆ। ਦੇ ਕੇ ਬਹੁਤ ਦੇਖ ਲਿਆ, 73 ਸਾਲਾਂ ਤੋਂ ਦਿੰਦੇ ਆ ਰਹੇ ਆ, ਆਜ਼ਾਦੀ ਤੋਂ ਬਾਅਦ ਵੀ। ਆਜ਼ਾਦੀ ਤੋਂ ਬਾਅਦ ਤਾਂ ਜਿੰਨਿਆਂ ਨੇ ਦਿੱਤੇ, ਆਜ਼ਾਦੀ ਤੋਂ ਬਾਅਦ ਵੀ ਦਿੰਦੇ ਹੀ ਆ ਰਹੇ ਆ। ਹੁਣ ਅਸੀਂ ਪਹਿਲਾਂ ਵਰਤਣੇ ਸਿੱਖ ਲਈਏ, ਕਿਉਂਕਿ ਬਹੁਤ ਘੱਟ ਸੀਗੇ ਜਿਹਨਾਂ ਨੇ ਵਰਤੇ ਆ, ਅਤੇ ਜਿਹੜਾ ਘੱਟਾਂ ਨੇ ਵਰਤੇ ਆ, ਜਿਹੜੇ ਘੱਟ ਗਿਣਤੀ ਸੀਗੇ ਜਿਹਨਾਂ ਨੇ ਵਰਤੇ ਆ, ਉਹਨਾਂ ਨੂੰ ਇਹਨਾਂ ਨੇ ਛੱਡਿਆ ਨਹੀਂ, ਆਉਣ 'ਤੇ ਮਿੱਟੀ ਪਾਤੀ। ਚਾਹੇ ਬਾਪੂ ਖੜਕ ਸਿੰਘ ਵਰਗੇ ਹੋਣ, ਚਾਹੇ ਸਰਦਾਰ ਕਪੂਰ ਸਿੰਘ ਵਰਗੇ ਹੋਣ, ਉਹਨਾਂ ਨੇ ਦਿੱਤੇ ਨਹੀਂ, ਵਰਤੇ। ਪਰ ਇਹਨਾਂ ਨੇ ਉਹਨਾਂ ਨੂੰ ਵੀ ਜੀਣ ਜੋਗਾ ਨਹੀਂ ਸੀ ਛੱਡਿਆ। ਸੋ ਤਾਂ ਕਰਕੇ ਕਹਿਣਾ ਹੁੰਦਾ ਆ
ਭਾਵਨਾਵਾਂ ਤੇ ਆਪਣੀਆਂ ਤੇ ਕੰਟਰੋਲ ਰੱਖਿਆ ਕਰੋ। ਰੋਸ਼ ਦੇ ਵਿੱਚ ਆਉਣ ਦੀ ਲੋੜ ਨਹੀਂ, ਜੋਸ਼ ਦੇ ਵਿੱਚ ਹੋਸ਼ ਗਵਾਉਣ ਦੀ ਲੋੜ ਨਹੀਂ। ਜਿਹੜੇ ਰਾਹ ਤੇ ਅਸੀਂ ਤੁਰੇ ਆ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਚੱਲਾਂਗੇ ਤੇ ਜਿੱਦਣ ਕੱਢਣੇ ਹੋਏ ਨਾ ਲੀਗਲੀ ਕੱਢਾਂਗੇ ਬਾਹਰ। ਪਰ ਹਾਂ, ਗੁਰੂ ਘਰਾਂ ਦੇ ਵਿੱਚ ਧੀਆਂ ਭੈਣਾਂ ਜਾਂਦੀਆਂ ਨੇ, ਕੋਈ ਵੀ ਬਦਤਮੀਜ਼ੀ ਕਰਦਾ, ਕੋਈ ਮਰਿਆਦਾ ਨੂੰ ਤੋੜਦਾ ਹੈ, ਮਰਿਆਦਾ ਤੋਂ ਬਾਹਰ ਜਾ ਕੇ ਤੁਹਾਡੇ ਨਾਲ ਗੱਲ ਕਰਦਾ ਹੈ, ਤਾਂ ਮੈਂ ਸਿੱਧਾ ਕਿਹਾ, ਚਾਹੇ ਗਾਤਰੇ ਚੋਲਾ ਵਾਲਾ ਬੰਦਾ ਹੋਵੇ ਤੇ ਚਾਹੇ ਬੀਬੀ ਹੋਵੇ, ਘੁਮਾ ਕੇ ਚਪੇੜ ਮਾਰੋ, ਉਸ ਤੋਂ ਬਾਅਦ ਅਗਲੀ ਗੱਲ ਕਰੋ। ਇਹਨਾਂ ਨੂੰ ਬੁਰੀਆਂ ਲੱਗਦੀਆਂ ਲੱਗੀ ਜਾਣ ਦਿਓ। ਸੋ ਚੱਲਦੇ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਆਪਣੀਆਂ ਭਾਵਨਾ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਕਰਨੀਆਂ ਨਾ ਭੁੱਲਿਆ ਕਰੋ। ਚੈਨਲ ਸਬਸਕ੍ਰਾਈਬ ਕਰ ਲਿਆ ਕਰੋ, ਤੇ ਜਿਨ੍ਹਾਂ ਨੇ ਮੈਂਬਰਸ਼ਿਪ ਲੈਣੀ ਹੈ ਤੇ ਸਬਸਕ੍ਰਾਈਬ ਦੇ ਨਾਲ ਵੀ ਮੈਂਬਰਸ਼ਿਪ ਦਾ ਬਟਨ ਹੈਗਾ, ਤੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਬਟਨ ਹੈਗਾ ਹੈ ਮੈਂਬਰਸ਼ਿਪ ਦਾ, ਜ਼ਰੂਰ ਮੈਂਬਰਸ਼ਿਪ ਲਿਆ ਕਰੋ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਵਸਦੇ ਰਹੋ, ਤੇ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿਣਾ ਸਿੱਖੋ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।